ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਨ ਜੋਗ ਦਇਆਲ ਹੈ ਦੀਨਾਨਾਥ ਮਇਆ ਕਰੋ ਸਰੀਰ ਸਵਸਥ ਖੀਨ ਸਮਾਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੈ ਮੈਂ ਪਤ ਕੀ ਪੰਤ ਨਾ ਕਰਨੀ ਕੀ ਕਾਰ ਹਾਂ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸ ਇਹੋ ਆਧਾਰ ਹਮ ਅੰਦਲੀ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਧਲੇ ਕਾ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪਰਖ ਜੰਤੈਨੀ ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਬੇਸਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ।
ਜਿਉ ਬਲਾਵਹੁ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਭੈਰਵ ਮਹਲਾ ਪੰਜਵਾ। ਪੜਤਾਲ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਤਪਾਲ ਪ੍ਰਭ ਕਿਰਪਾਲ ਕਮਲ ਗੁਣ ਕਨੀ। ਅਨਕ ਰੰਗ ਬਹੁਤ ਰੰਗ ਸਰਬ ਭੂਤਨੀ। ਰਤਪਾਲ ਪ੍ਰਭ ਕਿਰਪਾਲ ਕਮਲ ਗੁਣ ਗਨੀ। ਅਨਕ ਰੰਗ ਬਹੁਤ ਰੰਗ ਸਰਬ ਭੂਤਨੀ। ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ। ਅਨਕ ਗੁਰਤ ਧੁਨਿਤ ਲਲਿਤ ਅਨਕ ਧਾਰ ਮੁਨੀ। ਅਨਕ ਨਾਦ ਅਨਕ ਬਾਜ ਨਿਮਕ ਨਿਮਕ ਅਨਕ ਸਵਾਦ। ਅਨਕ ਦੋਖ ਰੋਗ ਮਿਟੇ ਜਸ ਸੁਣੀ। ਨਾਨਕ ਸੇਵ ਅਪਾਰ ਦੇਵ ਟਟਹਿ ਖਟਹਿ ਕਰਤ ਪੂਜਾ। ਗਗਨ ਪਵਨ ਚਾਤਰ ਕਰਨ ਸਗਲ ਫਲ ਪੁਨੀ। ਅਨਕ ਨਾਦ ਅਨਕ ਬਾਜ ਨਿਮਕ ਨਿਮਕ ਅਨਕ ਸਵਾਦ। ਅਨਕ ਦੋਖ ਅਨਕ ਰੋਗ ਮਿਟਹਿ ਜਸ ਸੁਣੀ। ਨਾਨਕ ਸੇਵ ਅਪਾਰ ਦੇਵ ਟਟਹਿ ਖਟਹਿ ਕਰਤ ਪੂਜਾ। ਗਗਨ ਪਵਨ ਚਾਤਰ ਕਰਨ ਸਗਲ ਫਲ ਪੁਨੀ। ਰਾਗ ਭੈਰਵ ਮਹਲਾ ਪੰਜਵਾ। ਪੜਤਾਲ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਤਪਾਲ ਪ੍ਰਭ ਕਿਰਪਾਲ ਕਮਲ ਗੁਣ ਗਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਤਖਤ ਜਬਰ ਛਤਰ ਦੇ ਮਾਲਕ ਜੁਗੋ ਜੁਗ ਅਟਲ। ਪਤਤ ਪਾਵਨ ਭਗਤ ਵਛਲ ਕਰੁਣਾ ਨਿਧਾਨ। ਅੰਤਰਜਾਮੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਪੰਜ ਬਾਣੀਆਂ ਦਾ ਪਾਠ, ਸ਼ਬਦ ਹਜ਼ਾਰੇ ਅੰਮ੍ਰਿਤ ਬਾਣੀ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕਰਕੇ, ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਗੁਰੂ ਘਰ ਦੀ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਹਰ ਹਰ ਨਾਮ ਬੋਹਿਤ ਹੈ ਕਲ ਜੁਗ, ਖੇਵਟ ਗੁਰ ਸ਼ਬਦ ਤਰਹੁ। ਹਰ ਕੀਆ ਕਥਾ ਕਹਾਣੀਆਂ,
ਗੁਰਮੀਤ ਸੁਣਾਈਆ। ਸਾਧ ਸੰਗਤ, ਬੇਅੰਤ ਹੀ ਮਹਿਮਾ ਹੈ ਗੁਰੂ ਘਰ ਦੀ, ਸਤਿਗੁਰਾਂ ਦੀ ਸੰਗਤ ਦੀ। ਸਤਿਗੁਰੂ ਮਹਾਰਾਜ ਜੀ ਨੇ ਸਾਡੇ ਜੀਵਾਂ ਦੇ ਕਲਿਆਣ ਵਾਸਤੇ ਉਪਦੇਸ਼ ਬਖਸ਼ੇ ਹਨ। ਆਪਣੀਆਂ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਪਹਿਲਾ ਮਹਲਾ ਪੰਜਵਾ। ਪੜਤਾਲ ਕਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਤਪਾਲ ਪ੍ਰਭ ਕਿਰਪਾਲ ਕਮਲ ਗੁਣ ਗਨੀ। ਸਾਧ ਸੰਗਤ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਜੀਵਾਂ ਦੇ ਕਲਿਆਣ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਭੈਰੋ ਰਾਗ ਦੇ ਵਿੱਚ ਪੜਤਾਲ ਕਰ ਤੀਜਾ। ਸਤਿਗੁਰਾਂ ਨੇ ਪੜਤਾਲ ਉਚਾਰਨ ਕੀਤੀ ਹੈ। ਸੁਰ ਤਾਲ ਦੇ ਤੀਜੇ ਘਰ ਦੇ ਵਿੱਚ ਪੜਤਾਲ ਦਾ ਅਰਥ ਹੁੰਦਾ ਹੈ ਜਿਸ ਵਿੱਚ ਖੋਜ ਕੀਤੀ ਗਈ ਹੋਵੇ। ਇਸ ਪਾਵਨ ਸ਼ਬਦ ਅੰਦਰ ਸਤਿਗੁਰਾਂ ਨੇ ਵਾਹਿਗੁਰੂ ਦੇ ਬੇਅੰਤ ਹੀ ਗੁਣ, ਵਾਹਿਗੁਰੂ ਦੀ ਸੇਵਾ ਕਿੰਨੀ ਮਹਾਨ ਹੈ ਸਾਨੂੰ ਦੱਸਿਆ। ਪੜਤਾਲ ਦਾ ਅਰਥ ਹੁੰਦਾ ਹੈ ਜਿਸ ਵਿੱਚ ਪਾਟਵੇਂ ਤਾਲ ਪੈਣ, ਪਦ ਪਦ 'ਤੇ ਜਾ ਕਰਕੇ ਤਾਲ ਬਦਲਦਾ ਹੈ ਔਰ ਬਹੁਤ ਤਾਲ ਵਰਤੇ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਜੀ ਇਹ ਪੜਤਾਲ ਉਚਾਰਨ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਦੇ ਆਰੰਭ ਅੰਦਰ ਸਤਿਗੁਰਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਐਸਾ ਪਰਮੇਸ਼ਰ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਪ੍ਰਤਪਾਲ ਪ੍ਰਭ ਕਿਰਪਾਲ ਕਮਲ ਗੁਣ ਗਨੀ। ਪਰਤਪਾਲ ਪ੍ਰਭ ਕਿਰਪਾਲ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜੋ ਪ੍ਰਮਾਤਮਾ ਹੈ ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਦਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਪਾਲਣ ਵਾਲਾ ਹੈ। ਕਿਸ ਤਰ੍ਹਾਂ? ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਪ੍ਰਤਪਾਲਨਾ ਕਰਦੇ ਹਨ। ਜਨਨੀ ਕੇਰੇ ਉਦਕ ਉਦਕ ਮਹਿ, ਜਨਨੀ ਕੇਰੇ ਉਦਕ ਮਹਿ, ਪਿੰਡ ਕੀਆ 10 ਦੁਆਰਾ, ਜੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰਾ। ਭਗਤ ਧੰਨਾ ਜੀ ਕਹਿੰਦੇ, ਪਰਮਾਤਮਾ ਨੇ ਤੈਨੂੰ ਮਾਤਾ ਦੇ ਗਰਭ ਵਿੱਚ 10 ਮਹੀਨੇ 9 ਮਹੀਨੇ ਰੱਖਣਾ ਕੀਤਾ ਔਰ ਤੇਰਾ ਇਹ ਸਰੀਰ ਉੱਥੇ ਪੈਦਾ ਹੋਇਆ ਬਣਿਆ। ਜੇ ਆਹਾਰ ਅਗਨ ਮਹਿ ਰਾਖੈ, ਮਾਤਾ ਦੇ ਗਰਭ ਵਿੱਚ ਪਰਮਾਤਮਾ ਅੱਗ ਦੇ ਵਿੱਚ ਵੀ ਭੋਜਨ ਪਹੁੰਚਾ ਕੇ ਜੀਵ ਦੀ ਰੱਖਿਆ ਕਰਦਾ ਹੈ। ਉੱਥੇ ਪ੍ਰਤਪਾਲਨਾ ਵੀ ਕਰਦਾ ਹੈ ਔਰ ਰੱਖਿਆ ਵੀ ਕਰਦਾ ਹੈ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ। ਕੱਛੂ ਕੰਮੇ ਹਨ, ਉਹਨਾਂ ਨੂੰ ਸਾਧ ਸੰਗਤ ਜੋ ਉਹਨਾਂ ਦੇ ਬੱਚੇ ਹੁੰਦੇ ਨੇ ਸਮੁੰਦਰ ਤੋਂ ਬਾਹਰ ਰੇਤ ਦੇ ਵਿੱਚ, ਉਹਨਾਂ ਦੀ ਵੀ ਪਾਲਣਾ ਕਰਦਾ ਹੈ ਔਰ ਭੋਜਨ ਉਹਨਾਂ ਤੱਕ ਪਹੁੰਚਾਉਂਦਾ ਰਹਿੰਦਾ ਹੈ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ,
ਉਹ ਪਰਿਪੂਰਨ ਹੈ, ਮਨ ਨੂੰ ਹਰ ਲੈਣ ਵਾਲਾ ਹੈ ਔਰ ਸਭ ਥਾਵਾਂ 'ਤੇ ਵਿਆਪਕ ਹੈ। ਉਸ ਨੂੰ ਮਨ ਦੇ ਅੰਦਰ ਜਾਣ, ਭਾਵ ਕਿ ਉਹ ਪਰਮਾਤਮਾ ਸਭ ਦੀ ਪ੍ਰਤਿਪਾਲਨਾ ਕਰਦਾ ਹੈ। ਦੀਨਨ ਕੀ ਪ੍ਰਤਿਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ, ਪਛ ਪਸੂ ਨਗ ਨਾਗ ਨਰਾਤਪ, ਸਰਬ ਸਮੈ ਸਭ ਕੋ ਪ੍ਰਤਾਪਾਰੈ। ਭੁਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ ਦੋਖਨ, ਦੇਖਤ ਹੈ ਪਰ ਦੇਤ ਨਾ ਹਾਰੈ। ਕਲਗੀਧਰ ਸਤਿਗੁਰੂ ਜੀ ਵੀ ਬਚਨ ਕਰਦੇ ਨੇ, ਭਾਈ ਉਹ ਪਰਮਾਤਮਾ ਦੀਨਾਂ ਦੀ ਵੀ ਪ੍ਰਤਿਪਾਲਨਾ ਕਰਦਾ ਹੈ ਔਰ ਸੰਤਾਂ ਮਹਾਂਪੁਰਖਾਂ ਦੀ ਪ੍ਰਤਿਪਾਲਨਾ ਕਰਦਾ ਹੈ। ਉਹ ਦਇਆ ਦਾ ਖਜ਼ਾਨਾ ਹੈ। ਪਰਤਪਾਲ ਪ੍ਰਭ ਕਿਰਪਾਲ, ਪ੍ਰਭੂ ਉਹ ਸਮਰੱਥ ਹੈ, ਕਿਰਪਾਲ ਕਿਰਪਾ ਦਾ ਘਰ ਹੈ। ਸਾਰੀ ਕਿਰਪਾ ਉਸ ਤੋਂ ਹੀ ਹੁੰਦੀ ਹੈ। ਜਿਹੜੇ ਜੀਵਾਂ ਦੇ ਵਿੱਚ ਵੀ ਕਿਰਪਾ ਦਾ ਗੁਣ ਹੈ, ਦਇਆਲਤਾ, ਇਹ ਵੀ ਉਸ ਦਾ ਹੀ ਗੁਣ ਹੈ। ਐਸਾ ਪਰਮੇਸ਼ਰ ਪ੍ਰਤਿਪਾਲਕ ਹੈ, ਸਾਰਿਆਂ 'ਤੇ ਆਪ ਕਿਰਪਾ ਕਰਕੇ ਪ੍ਰਤਿਪਾਲਨਾ ਕਰਦਾ ਹੈ। ਉਹਨਾਂ ਦੇ ਗੁਣ ਔਗਣ ਨਹੀਂ ਵਿਚਾਰਦਾ। ਕਵਨ ਗੁਣ ਗਣੀ, ਕਿਹੜੇ ਕਿਹੜੇ ਵਾਹਿਗੁਰੂ ਦੇ ਗੁਣ ਅਸੀਂ ਗਿਣਨਾ ਕਰੀਏ, ਬੇਅੰਤ ਗੁਣ ਹਨ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਹੇ ਪ੍ਰਭੂ, ਜਿਹਬਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਤੂੰ ਤਾਂ ਬੇਅੰਤ ਹੈ, ਸਾਗਰ ਹੈ ਗੁਣਾਂ ਦਾ। ਅਸੀਂ ਆਪ ਜੀ ਦੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਜੇ ਕੋਈ ਮਨੁੱਖ ਪਰਮਾਤਮਾ ਦਾ ਇੱਕ ਗੁਣ ਬਿਆਨ ਕਰਦਾ ਹੈ ਤਾਂ ਸਾਧ ਸੰਗਤ ਅੱਗੇ 10 ਹੋਰ ਪ੍ਰਾਪਤ ਹੋ ਜਾਂਦੇ ਨੇ। ਜੇ 10 ਗੁਣਾਂ ਦੀ ਵਿਚਾਰ ਕਰੇ ਤਾਂ 100 ਅੱਗੇ ਹੋਰ ਗੁਣ ਪ੍ਰਗਟ ਹੋ ਜਾਂਦੇ ਨੇ। ਜੇ 100 ਗੁਣ ਪ੍ਰਗਟ ਕਰੀਏ, ਦੱਸਣਾ ਕਰੀਏ ਤਾਂ ਹਜ਼ਾਰਾਂ ਲੱਖਾਂ ਹੀ ਬਣ ਜਾਂਦੇ ਨੇ। ਜਿਵੇਂ ਇੱਕ ਬੀਜ ਨੂੰ ਬੀਜੀਏ ਤਾਂ ਅੱਗੇ ਕਿੰਨੇ ਹੋਰ ਫਲਾਂ ਦੇ ਵਿੱਚੋਂ ਬੀਜ ਪ੍ਰਾਪਤ ਹੋ ਜਾਂਦੇ ਨੇ ਔਰ ਇਸ ਤਰ੍ਹਾਂ ਵੱਧਦਾ ਹੀ ਹੈ। ਉਸ ਦੇ ਗੁਣਾਂ ਵਿੱਚ ਕਦੇ ਕਮੀ ਨਹੀਂ ਆਉਂਦੀ। ਉਹ ਪਰਮਾਤਮਾ ਐਸਾ ਦਇਆਲੂ ਹੈ, ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸਰਿਆ, ਤਿਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮਹਿ ਸਿਮਰਨ ਕਰਿਆ। ਸਾਰੇ ਜੀਵਾਂ ਨੂੰ ਉਸ ਨੇ ਆਪਣੀ ਤਾਕਤ ਦੇ ਨਾਲ, ਸਮਰੱਥਾ ਦੇ ਨਾਲ ਪਾਲਣਾ ਕੀਤਾ ਹੈ। ਐਸਾ ਪਰਮਾਤਮਾ ਸਮਰੱਥ, ਕਿਹੜੇ ਕਿਹੜੇ ਗੁਣ ਹੈ ਪ੍ਰਭੂ ਆਪ ਜੀ ਦੇ ਗਿਣਨਾ ਕਰੀਏ। ਅਨੇਕ ਰੰਗ ਬਹੁਤ ਰੰਗ ਸਰਬ ਕੋ ਪਹਿਨੀ। ਅਨੇਕਾਂ ਹੀ ਰੰਗ ਨੇ ਸੰਸਾਰ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੇ ਬਣਾਏ। ਬਹੁਤ ਰੰਗ, ਬਹੁਤ ਰੰਗ ਪੈਦਾ ਕੀਤੇ ਹਨ ਜੀਵਾਂ ਦੇ। ਅਨੇਕਾਂ ਰੰਗਾਂ ਦੇ ਜੇ ਵੇਖੀਏ ਤਾਂ ਤੋਤੇ ਹਰੇ ਰੰਗ ਦੇ ਬਣਾ ਦਿੱਤੇ, ਜਿਹੜੇ ਕਾਂ ਹਨ ਉਹ ਕਾਲੇ ਰੰਗ ਦੇ ਬਣਾ ਦਿੱਤੇ। ਇਸ ਤਰ੍ਹਾਂ ਕੁੱਤੇ ਬਿੱਲਿਆਂ ਦੇ, ਹੋਰ ਜਾਨਵਰਾਂ ਦੇ ਵੱਖੋ ਵੱਖਰੇ ਰੰਗ ਭਿੰਨ ਭਿੰਨ ਹਨ ਅਤੇ ਬਹੁਤ ਰੰਗਾਂ ਵਾਲੇ ਵੀ ਬਣਾਏ ਨੇ। ਜਿਵੇਂ ਮੋਰ ਹਨ, ਉਹਦੇ 'ਚ ਕਿੰਨੇ ਰੰਗ ਨੇ। ਤਿੱਤਰ ਹੈ, ਉਹਦੇ ਵਿੱਚ ਕਿੰਨੇ ਰੰਗ ਨੇ। ਹੋਰ ਬੜੇ ਜਾਨਵਰ, ਪੰਛੀ ਵੀ ਹਨ, ਜਲ ਵਿੱਚ ਰਹਿਣ ਵਾਲੇ ਜੀਵ ਵੀ ਕਈ ਕਈ ਰੰਗਾਂ ਦੇ ਸਾਧ ਸੰਗਤ। ਅਨਕ ਰੰਗ ਬਹੁਤ ਬਹੁਤ ਰੰਗ, ਅਨੇਕਾਂ ਹੀ ਵਾਹਿਗੁਰੂ ਨੇ ਕੌਤਕ ਕੀਤੇ ਹਨ ਸੰਸਾਰ ਦੇ ਵਿੱਚ ਕਿ ਕੋਈ ਜੀਵ ਰਾਜਸੀ ਹੈ, ਕੋਈ ਤਾਮਸੀ ਹੈ, ਕੋਈ ਸਾਤਕੀ ਹੈ। 4 ਤਰ੍ਹਾਂ ਜੂਨਾਂ 4 ਖਾਣਿਆਂ ਵਿੱਚ ਪੈਦਾ ਕੀਤੀਆਂ। ਅੰਡਜ ਜੇਰਜ ਸੇਤਜ ਉਤਪਜ, ਵੱਖੋ ਵੱਖਰੇ ਜੀਵ ਭਿੰਨ ਭਿੰਨ ਬਣਾ ਦਿੱਤੇ। ਇਸ ਤਰ੍ਹਾਂ ਅਨਕ ਰੰਗ ਬਹੁਤ ਰੰਗ, ਅਨੇਕਾਂ ਹੀ ਰੰਗਾਂ ਨੂੰ ਕੌਤਕਾਂ ਕਰਨ ਵਾਲੇ ਪਰਮਾਤਮਾ ਵਾਹਿਗੁਰੂ ਨੇ ਬਹੁਤ ਰੰਗ, ਬਹੁਤੀਆਂ ਤਰੰਗਾਂ ਪੈਦਾ ਕੀਤੀਆਂ ਨੇ। ਜਿਵੇਂ ਪਾਣੀ ਦੇ ਵਿੱਚ ਤਰੰਗ ਉੱਠਦੀ ਹੈ ਹਵਾ ਦੇ ਵੇਗ ਕਰਕੇ,
ਇਸ ਤਰ੍ਹਾਂ ਪ੍ਰਮਾਤਮਾ ਨੇ ਇਹ ਜੀਵਾਂ ਰੂਪ ਤਰੰਗਾਂ ਪੈਦਾ ਕੀਤੀਆਂ ਨੇ। ਸਰਬ ਕੋ ਧਨੀ, ਔਰ ਸਾਰਿਆਂ ਦਾ ਧਨੀ ਮਾਲਕ ਹੈ। ਸਾਰਿਆਂ ਦੇ ਸਿਰ ਤੇ ਉਹ ਵਾਹਿਗੁਰੂ ਸ਼੍ਰੋਮਣੀ ਹੈ। ਅਨੇਕ ਗਿਆਨ ਅਨੇਕ ਧਿਆਨ ਅਨੇਕ ਜਾਪ ਤਾਪ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਅਨੇਕਾਂ ਹੀ ਗਿਆਨ ਹਨ। ਨਿਰਗੁਣ ਦਾ ਗਿਆਨ ਹੁੰਦਾ ਹੈ ਤੇ ਅਨੇਕਾਂ ਹੀ ਸਤਿਗੁਰੂ ਕਹਿੰਦੇ ਜੀਵ ਜਿਹੜੇ ਸਰਗੁਣ ਦੇ ਧਿਆਨੀ ਹਨ। ਅਨੇਕਾਂ ਪ੍ਰਕਾਰ ਦਾ ਧਾਰਮਿਕ ਗ੍ਰੰਥਾਂ ਦਾ ਗਿਆਨ ਹੈ, ਸੰਸਾਰਿਕ ਗ੍ਰੰਥ, ਸਮਾਜਿਕ ਜਿਹੜੇ ਲੋਕ ਰੀਤੀਆਂ ਵਾਲੇ ਗ੍ਰੰਥ ਗਿਆਨ ਹਨ। ਅਨੇਕਾਂ ਤਰ੍ਹਾਂ ਦੇ ਧਿਆਨ ਮੰਨੇ ਜਾਂਦੇ ਨੇ। ਜੋਗੀਆਂ ਦਾ ਧਿਆਨ ਵੱਖਰਾ ਹੈ, ਜਿਹੜੇ ਸਾਧ ਸੰਗਤ 10ਵੇਂ ਦਵਾਰ ਵਿੱਚ ਪ੍ਰਾਣ ਟਿਕਾ ਕਰਕੇ ਯੋਗਾਨੰਦ ਨੂੰ ਪ੍ਰਾਪਤ ਕਰਦੇ ਨੇ। ਔਰ ਜਿਹੜਾ ਮਨ ਦੀਆਂ ਬਿਰਤੀਆਂ ਨੂੰ ਰੋਕਣਾ, ਨਿਰੋਧ ਕਰਨਾ, ਉਹਨਾਂ ਨੇ ਇਹੀ ਧਿਆਨ ਲਾਉਣਾ ਕੀਤਾ ਹੈ। ਅਨੇਕਾਂ ਤਰ੍ਹਾਂ ਦਾ ਜੀਵਾਂ ਕੋਲ ਰਾਜਸੀ, ਤਾਮਸੀ, ਸਾਤਕੀ ਗਿਆਨ ਵੀ ਹੈ ਤੇ ਧਿਆਨ ਵੀ ਹਨ। ਕਈ ਜੀਵ ਤ੍ਰਕਟ ਸਾਧਦੇ ਨੇ ਤੇ ਦੂਜਿਆਂ ਨੂੰ ਵਸ ਕਰ ਲੈਂਦੇ ਨੇ। ਕਈ ਤਰ੍ਹਾਂ ਦੇ ਧਿਆਨ ਹਨ। ਅਨੇਕ ਜਾਪ ਤਾਪ, ਅਨੇਕਾਂ ਤਰ੍ਹਾਂ ਦੇ ਜਾਪ ਹਨ ਜਿਨ੍ਹਾਂ ਨੂੰ ਜੀਵ ਜਪਦੇ ਨੇ। ਇੱਕ ਤਾਂ ਰਸਨਾ ਦੇ ਨਾਲ ਜਾਪ ਜਪਿਆ ਜਾਵੇ ਪ੍ਰਗਟ ਰੂਪ ਵਿੱਚ, ਇੱਕ ਆਪਣੇ ਹੋਠਾਂ ਦੇ ਨਾਲ ਪੋਲੀ ਜ਼ੁਬਾਨ ਦੇ ਵਿੱਚ ਥੋੜ੍ਹੀ ਆਵਾਜ਼ ਦੇ ਵਿੱਚ ਜਾਪ ਜਪਣਾ, ਤੇ ਇੱਕ ਸਾਧ ਸੰਗਤ ਮਾਨਸ ਜਿਹੜਾ ਆਪਣੇ ਮਨ ਦੇ ਵਿੱਚ ਜਾਪ ਜਪਣਾ। ਕਈ ਤਰ੍ਹਾਂ ਦੇ ਜਾਪ ਰਾਜਸੀ, ਤਾਮਸੀ, ਸਾਂਤਕੀ ਹਨ ਤੇ ਤਪ ਵੀ ਰਾਜਸੀ, ਤਾਮਸੀ, ਸਾਂਤਕੀ। ਰਾਜਸੀ ਤਪ ਇੰਦਰੀਆਂ ਦਾ ਜਿਹੜਾ ਕੰਟਰੋਲ ਰੱਖਣਾ ਹੈ, ਸੰਜਮ ਰੱਖਣਾ ਹੈ, ਇੰਦਰੀਆਂ ਨੂੰ ਦਮਨ ਕਰਨਾ। ਤੇ ਸਾਂਤਕੀ ਤਪ ਜਿਹੜਾ ਮਨ ਨੂੰ ਰੋਕਣਾ ਹੈ। ਤੇ ਤਾਮਸੀ ਤਪ ਜਿਹਦੇ ਵਿੱਚ ਧੂਣੀਆਂ ਤਪਾਉਣੀਆਂ, ਜਲ ਧਾਰੇ ਕਰਨੇ, ਪੁੱਠਾ ਲਟਕਣਾ, ਵਰਤ ਆਦਿਕ ਰੱਖਣੇ। ਇਹ ਅਨੇਕਾਂ ਤਰ੍ਹਾਂ ਦੇ ਮਹਾਰਾਜ ਕਹਿੰਦੇ ਭਾਈ ਜਾਪ ਹਨ ਜਿਨ੍ਹਾਂ ਨੂੰ ਜੀਵ ਜਪਦੇ ਨੇ। ਦੇਵੀ ਦੇਵਤਿਆਂ ਦੇ ਜਾਪ ਹਨ, ਉਹਨਾਂ ਨੂੰ ਜਾਪੀ ਜਾਂਦੇ ਨੇ। ਕਈ ਤਰ੍ਹਾਂ ਦੇ ਤਪ ਕਰਦੇ ਹਨ। ਅਨੇਕਾਂ ਹੀ ਗੁਣਤ ਗਵਈਏ ਹਨ ਵਿਚਾਰ ਵਾਲੇ, ਜਿਹੜੇ ਧੁਨੀ ਨੂੰ ਅਲਾਪਦੇ ਹਨ। ਕਈ ਤਰ੍ਹਾਂ ਦੇ ਨਾਲ ਆਵਾਜ਼ਾਂ ਨੂੰ ਕਹਿੰਦੇ ਨੇ, ਜਿਵੇਂ ਜੋਗੀਆਂ ਦੀ ਜਿਹੜੀ ਆਵਾਜ਼ ਹੁੰਦੀ ਹੈ ਸਾਧ ਸੰਗਤ, ਉਹ ਨਰਸਿੰਘਾ ਵਜਾਉਂਦੇ ਨੇ ਜਾਂ ਸਿੰਗੀ ਵਜਾਉਂਦੇ ਹਨ, ਜਿਹਦੇ ਵਿੱਚ ਉਹ ਇੱਕ ਖਾਸ ਤਰ੍ਹਾਂ ਦੀ ਆਵਾਜ਼ ਹੁੰਦੀ ਹੈ। ਹੋਰ ਕਈ ਤਰ੍ਹਾਂ ਦੇ ਸ਼ੰਖ ਪੂਰੇ ਜਾਂਦੇ ਨੇ, ਔਰ ਉਹਨਾਂ ਆਵਾਜ਼ਾਂ ਦਾ ਇੱਕ ਤਰੀਕਾ ਹੁੰਦਾ ਹੈ ਤੇ ਇੱਕ ਨਾਮ ਹੁੰਦਾ ਹੈ ਕਿ ਇਹ ਆਵਾਜ਼ ਫਲਾਣੇ ਸਮੇਂ ਇਸ ਤਰੀਕੇ ਨਾਲ ਵਜਾਈ ਜਾਵੇਗੀ। ਜਦੋਂ ਭੋਜਨ ਤਿਆਰ ਹੁੰਦਾ ਜਾਂ ਕਿਸੇ ਦੇ ਘਰੋਂ ਭੋਜਨ ਲੈਣ ਜਾਂਦੇ ਨੇ ਪਿੱਛਿਆ, ਉਦੋਂ ਵੀ ਉਹ ਆਵਾਜ਼ ਵਜਾਉਂਦੇ ਨੇ, ਸਿੰਗੀ ਆਦਿਕ ਨਾਦ। ਇਸ ਤਰ੍ਹਾਂ ਮਹਾਰਾਜ ਕਹਿੰਦੇ ਗਵਈਏ ਹਨ ਵਿਚਾਰ ਵਾਲੇ। ਅਨੇਕਾਂ ਹੀ ਧੁਨੀਆਂ ਹਨ, ਜਿਨ੍ਹਾਂ ਧੁਨੀਆਂ ਦੇ ਵਿੱਚ ਕਈ ਤਰ੍ਹਾਂ ਦੇ ਰਾਗ ਅਲਾਪੇ ਜਾਂਦੇ ਨੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਾਰਾਂ ਦੇ ਵਿੱਚ 9 ਧੁਨੀਆਂ ਲਾਉਣਾ ਕੀਤੀਆਂ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਧੁਨੀਆਂ ਵੀ ਹਨ। ਲਲਿਤ ਨਾਮ ਹੁੰਦਾ ਹੈ ਰਾਗਣੀਆਂ ਦਾ। ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ। ਲਲਿਤ ਜਿਹੜੀਆਂ ਰਾਗਣੀਆਂ ਹਨ। ਲਲਿਤ ਨਾਮ ਸੁੰਦਰਤਾ ਦਾ ਵੀ ਹੁੰਦਾ ਹੈ। ਸੁੰਦਰ ਜਿਹੜੇ ਅਲਾਪ ਹਨ, ਧੁਨੀਆਂ ਨੇ। ਲਲਿਤ ਨਾਮ ਜ਼ਬਾਨ ਦਾ ਵੀ ਹੁੰਦਾ ਹੈ। ਲਲਿਤਾ ਲੇਖਣ ਸੱਚ ਕੀ ਪਿਆਰੇ। ਤੋ ਇਸ ਤਰ੍ਹਾਂ ਸਾਧ ਸੰਗਤ ਜਿਹੜੀ ਇਹ ਸੁੰਦਰਤਾ ਹੈ ਆਵਾਜ਼, ਸਤਿਗੁਰੂ ਮਹਾਰਾਜ ਕਹਿੰਦੇ ਅਨਕ ਧਾਰ ਮੁਨੀ। ਅਨੇਕਾਂ ਹੀ ਜਿਹੜੀਆਂ ਮੌਨ ਰੱਖਣ ਵਾਲੇ ਹਨ, ਮੌਨ ਦੀਆਂ ਧਾਰਾਂ ਕਰਨ ਵਾਲੇ, ਜਿਵੇਂ ਜੜ ਮੌਨ, ਕਸ਼ਟ ਮੌਨ, ਗਿਆਨ ਮੌਨ, ਇਹ ਮੰਨੇ ਜਾਂਦੇ ਨੇ। ਇਹਨਾਂ ਮੌਨ ਰੱਖਣ ਵਾਲਿਆਂ ਨੂੰ ਮੁਨੀ ਕਿਹਾ ਜਾਂਦਾ, ਜਿਹੜਾ ਚੁੱਪ ਰੱਖੇ।
ਕੋਈ ਗੱਲ ਬੋਲਣੀ ਨਹੀਂ ਜ਼ੁਬਾਨ ਤੋਂ। ਜੇ ਕੁਝ ਆਪਣੇ ਮਨ ਦੀ ਗੱਲ ਨੂੰ ਦੱਸਣਾ ਹੈ ਤਾਂ ਲਿਖ ਕੇ ਦੱਸਣਾ। ਇਸ ਤਰ੍ਹਾਂ ਜੜ ਮੋਨੀ ਹਨ, ਕਾਸ਼ਟ ਮੋਨੀ ਨੇ, ਗਿਆਨ ਮੋਨ, ਕਈਆਂ ਨੇ ਆਪਣੇ ਮਨ ਨੂੰ ਗਿਆਨ ਦੇ ਨਾਲ ਚੁੱਪ ਕਰਾਉਣਾ ਕੀਤਾ ਹੈ। ਅਨਕ ਧਾਰ ਮੁਨੀ, ਅਨੇਕਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਕਈ ਤਰ੍ਹਾਂ ਦੀਆਂ ਜਿਹੜੀਆਂ ਧਾਰਾਂ ਵੀ ਹਨ। ਜਿਵੇਂ ਜਿਹੜੇ ਜੋਗੀ ਜੀ ਪੁਰਖ ਨੇ ਉਹ ਸਾਧ ਸੰਗਤ ਜੋਗਾਨੰਦ ਦੀ ਧਾਰ ਚਵਾਉਂਦੇ ਨੇ ਅਤੇ ਆਪਣੇ ਅੰਦਰ ਜਿੱਥੇ ਕਮਲ ਹੁੰਦਾ ਹੈ, ਮੂਧਾ ਕਮਲ, ਉਹਦੇ ਉੱਪਰ ਉਹ ਚਵਾ ਲੈਂਦੇ ਨੇ, ਜਿਸ ਕਰਕੇ ਉਹਨਾਂ ਨੂੰ ਵਾਏ ਪਿੱਤ ਕਫ ਨਹੀਂ ਹੁੰਦਾ। ਇਸ ਤਰ੍ਹਾਂ ਧਾਰਾਂ ਮੰਨੀਆਂ ਜਾਂਦੀਆਂ ਨੇ। ਆਪਣੇ ਅੰਦਰ ਸਮਾਧੀ ਦੀ ਧਾਰਾ ਲਾਉਣੀ, ਤੇਲ ਵੱਤ ਧਾਰਾ ਜਿਵੇਂ ਮੰਨੀ ਜਾਂਦੀ ਹੈ, ਇਸ ਤਰ੍ਹਾਂ ਧਿਆਨ ਦੀ ਧਾਰ ਜੋੜਨੀ। ਇਹ ਮੁਨੀ ਕਈ ਤਰ੍ਹਾਂ ਦੇ ਹਨ। ਸਤਿਗੁਰੂ ਕਹਿੰਦੇ ਅਨੇਕ ਨਾਦ ਅਨੇਕ ਬਾਜ, ਨਿਮਕ ਨਿਮਕ ਅਨੇਕ ਸਵਾਦ, ਅਨੇਕ ਦੁਖ ਅਨੇਕ ਰੋਗ ਮਿਟੇ ਜਸ ਸੁਣੀ। ਅਨਕ ਨਾਦ ਅਨਕ ਬਾਜ, ਅਨੇਕਾਂ ਤਰ੍ਹਾਂ ਦੇ ਨਾਦ ਜਿਹੜੇ ਸ਼ਬਦ ਹਨ, ਅਨੇਕਾਂ ਤਰ੍ਹਾਂ ਦੇ ਬਾਜੇ ਹਨ, ਅਨੇਕਾਂ ਤਰ੍ਹਾਂ ਦੇ ਨਾਦ ਨਾਮ ਪ੍ਰਗਟਦਾ ਹੁੰਦਾ ਹੈ, ਪ੍ਰਗਟ ਹੋਣ ਵਾਲੇ ਆਵਾਜ਼ੇ। ਜਿਵੇਂ ਜੋਗੀ ਪੁਰਖ ਹਨ ਉਹ ਕਈ ਤਰ੍ਹਾਂ ਦੇ ਬਾਜੇ ਵਜਾਉਂਦੇ ਨੇ। ਔਰ ਇਹਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਅਨਕ ਬਾਜ, ਕਈ ਤਰ੍ਹਾਂ ਦੇ ਸ਼ਬਦ ਪ੍ਰਗਟ ਰੂਪ ਵਿੱਚ ਹਨ। ਨਿਮਕ ਨਿਮਕ ਅਨਕ ਸਵਾਦ, ਜਿਹਦੇ ਵਿੱਚ ਉਹ ਨਿਮਕ ਨਿਮਕ ਮਾਤਰ ਵਿੱਚ ਜਿਹੜਾ ਆਪਣੇ ਤੇਲ ਵੱਤ ਧਾਰਾ ਵਿੱਚ ਜੋਗਾਨੰਦ ਨੂੰ ਚਵਾ ਕੇ ਸਵਾਦ ਲੈਂਦੇ ਨੇ, ਉਹ ਕਈ ਰਸਾਂ ਦਾ ਸਵਾਦ ਹੁੰਦਾ ਹੈ, ਇੱਕ ਰਸ ਨਹੀਂ ਆਉਂਦਾ। ਇਸ ਤਰ੍ਹਾਂ ਅਨੇਕਾਂ ਹੀ ਸਵਾਦ ਹਨ। ਮਹਾਰਾਜ ਕਹਿੰਦੇ ਅਨਕ ਨਾਦ ਅਨਕ ਬਾਜ, ਅਨੇਕਾਂ ਤਰ੍ਹਾਂ ਦੇ ਨਾਦ ਸ਼ੋ ਬ੍ਰਹਮ ਦੇ ਸ਼ਬਦ ਹਨ। ਜਿਹੜਾ ਬ੍ਰਹਮ ਸ਼ਬਦ ਹੈ ਉਹਦੇ ਵਿੱਚ ਜਿਹੜੀ ਧੁਨੀ ਪੈਦਾ ਹੋਈ ਹੈ, ਸਤਿਗੁਰੂ ਮਹਾਰਾਜ ਕਹਿੰਦੇ ਉਹ ਵੀ ਅਨੇਕਾਂ ਤਰ੍ਹਾਂ ਸੁਣਨਾ ਕੀਤੀ। ਅਨਕ ਬਾਜ, ਅਨੇਕਾਂ ਤਰ੍ਹਾਂ ਦੇ ਨਾਲ ਬਾਜ ਪ੍ਰਗਟ ਰੂਪ ਵਿੱਚ ਹਨ ਸੰਸਾਰ ਅੰਦਰ ਜੀਵ। ਅਤੇ ਅਨਕ ਨਾਦ ਅਨਕ ਬਾਜ, ਅਨੇਕਾਂ ਤਰ੍ਹਾਂ ਦੇ ਜਿਹੜੇ ਜੀਵ ਹਨ ਉਹਨਾਂ ਦੀਆਂ ਆਵਾਜ਼ਾਂ ਵੱਖੋ ਵੱਖਰੀਆਂ ਨੇ। ਸਾਰੀਆਂ ਜੂਨਾਂ ਦੇ ਵਿੱਚ ਜੀਵਾਂ ਦੀਆਂ ਆਪੋ ਆਪਣੀਆਂ ਆਵਾਜ਼ਾਂ ਨੇ ਅਤੇ ਅਨੇਕਾਂ ਤਰ੍ਹਾਂ ਦੇ ਉਹ ਨਾਦ ਸ਼ਬਦ ਕਥਨ ਪ੍ਰਗਟ ਕਰਦੇ ਹਨ। ਨਿਮਕ ਨਿਮਕ ਅਨਕ ਸਵਾਦ, ਨਿਮਕ ਨਿਮਕ ਸਮੇਂ ਵਿੱਚ ਪਰਮਾਤਮਾ ਹਰ ਜੀਵ ਨੂੰ ਅਨੇਕਾਂ ਤਰ੍ਹਾਂ ਦਾ ਸਵਾਦ ਦਿੰਦਾ ਹੈ। ਕੋਈ ਕਿਸ ਤਰ੍ਹਾਂ ਦਾ ਸਵਾਦ ਲੈ ਰਿਹਾ, ਕੋਈ ਕਿਸ ਤਰ੍ਹਾਂ ਦਾ, ਕੋਈ ਭੋਗਾਂ ਵਿੱਚ ਫਸਿਆ ਹੋਇਆ ਹੈ, ਕੋਈ ਪਦਾਰਥਾਂ ਦੇ ਸੁੱਖਾਂ ਵਿੱਚ, ਕੋਈ ਮਾਇਆ ਦੇ ਸਵਾਦਾਂ ਵਿੱਚ ਫਸਿਆ ਹੋਇਆ। ਅਨਕ ਦੋਖ ਅਨਕ ਰੋਗ, ਅਨੇਕਾਂ ਤਰ੍ਹਾਂ ਦੇ ਮਹਾਰਾਜ ਕਹਿੰਦੇ ਜਿਹੜੇ ਦੋਖ ਲੱਗੇ ਹੋਏ ਨੇ ਜੀਵਾਂ ਨੂੰ, ਸ਼ਬਦ ਸਪਰਸ਼ ਰੂਪ ਰਸ ਗੰਧ ਜਾਂ ਪੰਜ ਵਿਕਾਰਾਂ ਦੇ। ਅਤੇ ਅਨੇਕਾਂ ਤਰ੍ਹਾਂ ਦੇ ਰੋਗ ਹਨ, ਆਦਿ ਵਿਆਧੀ ਉਪਾਧੀ। ਇਹ ਸਰੀਰ ਮਨ ਦੇ ਰੋਗ ਅਤੇ ਹਉਮੈ ਦਾ ਰੋਗ, ਈਰਖਾ ਦਾ ਰੋਗ, ਵਿਕਾਰਾਂ ਦੇ ਰੋਗ ਹਨ। ਅਨੇਕਾਂ ਤਰ੍ਹਾਂ ਦੇ ਇਹ ਰੋਗ ਹਨ। ਕਾਮ ਕ੍ਰੋਧ ਵਿਕਾਰਾਂ ਦਾ ਰੋਗ। ਮਿਟੇ ਜਸ ਸੁਣੀ, ਪਰ ਜਿਸ ਨੇ ਪਰਮੇਸ਼ਰ ਦਾ ਜਸ ਸੁਣਿਆ ਉਹਦੇ ਸਾਰੇ ਮਿਟ ਜਾਂਦੇ ਨੇ। ਇਹ ਜਿੰਨਾ ਵੀ ਕਥਨ ਕੀਤਾ ਨਾ ਇਸ ਪੰਗਤੀ ਦੇ ਵਿੱਚ, ਭਾਵੇਂ ਕਈ ਤਰ੍ਹਾਂ ਦੇ ਜੀਵ ਰਾਜਸੀ ਤਾਮਸੀ ਆਵਾਜ਼ਾਂ ਵਾਲੇ ਹੋਣ, ਭਾਵੇਂ ਕਈ ਤਰ੍ਹਾਂ ਦੇ ਨਾਲ ਰਾਜਸੀ ਤਾਮਸੀ ਸੁਭਾਅ ਕਰਕੇ ਪ੍ਰਗਟ ਹੋਣ, ਅਨੇਕਾਂ ਤਰ੍ਹਾਂ ਦੇ ਸਵਾਦਾਂ ਵਿੱਚ ਫਸੇ ਹੋਏ ਹਨ, ਦੋਖ ਲੱਗੇ ਹੋਣ, ਰੋਗੀ ਹੋਣ, ਜਿਸ ਨੇ ਵਾਹਿਗੁਰੂ ਦਾ ਜਸ ਸੁਣਨਾ ਕੀਤਾ ਹੈ ਉਹਦੇ ਇਹ ਸਾਰੇ ਹੀ ਮਿਟ ਜਾਂਦੇ ਹਨ। ਨਾਨਕ ਸੇਵ ਅਪਾਰ ਦੇਵ, ਕਟਹਿ ਕਟਹਿ ਵਰਤ ਪੂਜਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੋ ਅਪਾਰ ਪਰਮਾਤਮਾ ਵਾਹਿਗੁਰੂ ਹੈ, ਜਿਸ ਦੀ ਸੇਵਾ ਕਰਕੇ, ਜੋ ਦੇਵ ਪ੍ਰਕਾਸ਼ ਸਰੂਪ ਹੈ ਪਰਮਾਤਮਾ, ਉਸ ਦੀ ਸੇਵਾ ਕਰਕੇ ਭਾਈ ਜਿਹੜਾ ਸੁੱਖ ਮਿਲਦਾ ਹੈ ਉਹ ਤਟ ਹੈ ਖਟ ਹੈ ਵਰਤ ਪੂਜਾ। ਕਈ ਜੀਵ ਤਟਾਂ 'ਤੇ ਰਹਿ ਕਰਕੇ ਸਾਧ ਸੰਗਤ ਆਪਣਾ ਜੀਵਨ ਬਤੀਤ ਕਰਦੇ ਨੇ। ਤਟ ਕਹਿੰਦੇ ਨੇ ਕਿਨਾਰੇ ਨੂੰ, ਤੀਰਥਾਂ ਦੇ ਕਿਨਾਰੇ ਬਣੇ ਹੁੰਦੇ ਨੇ, ਉੱਥੇ ਕਈ ਲੋਕ ਆਪਣਾ ਜੀਵਨ ਬਸਰ ਕਰਦੇ ਨੇ, ਇਸ਼ਨਾਨ ਕਰਦੇ ਨੇ, ਨੇਮੀ ਹੁੰਦੇ ਹਨ। ਇਸ ਤਰ੍ਹਾਂ ਖਟ ਹੈ, ਕੋਈ ਖਟ ਸੰਮਤੀ ਸਹਿਤ ਹੈ, ਸਮ ਦਮ ਸ਼ਰਧਾ ਤੀਸਰੀ, ਸਮਾਧਾਨ, ਅਤੇ ਇਸ ਤਰ੍ਹਾਂ ਤਤਿਕਸ਼ਾ। ਇਹ ਜਿਹੜੇ ਸਾਧਨ ਮੰਨੇ ਜਾਂਦੇ ਨੇ 6 ਪ੍ਰਕਾਰ ਦੇ,
ਉਹਨਾਂ ਨੂੰ ਧਾਰਨ ਕਰਨ ਵਾਲੇ ਹਨ। 6 ਸ਼ਾਸਤਰਾਂ ਨੂੰ ਜੀਵ ਪੜ੍ਹਨ ਵਾਲੇ ਹਨ ਅਤੇ 6 ਹੀ ਸਾਧ ਸੰਗਤ ਕਰਮ ਮੰਨੇ ਜਾਂਦੇ ਨੇ। ਗਾਇਤਰੀ, ਦੇਵ ਅਰਚਨ, ਪੂਜਾ ਇਤਿਆਦਿਕ। ਅਤੇ ਇਹ ਜਿਹੜੇ 6 ਤਰ੍ਹਾਂ ਦੇ ਜਿਹੜੇ ਕਰਮ ਹਨ, ਦਾਨ ਲੈਣਾ ਦੇਣਾ, ਪੂਜਾ ਕਰਨੀ ਕਰਾਉਣੀ ਅਤੇ ਜਗ ਕਰਨਾ ਕਰਾਉਣਾ, ਵਿੱਦਿਆ ਪੜ੍ਹਨੀ ਪੜ੍ਹਾਉਣੀ। ਸੋ ਇਹਦੇ ਵਿੱਚ ਜਿਹੜਾ ਸਾਧ ਸੰਗਤ 6 ਤਰ੍ਹਾਂ ਦੇ ਜਿਹੜੇ ਕਰਮ ਮੰਨੇ ਜਾਂਦੇ ਹਨ। ਵਰਤ ਰੱਖਣੇ, ਜਿਹੜੇ ਜੀਵ ਕਈ ਤਰ੍ਹਾਂ ਦੇ ਵਰਤ ਰੱਖਦੇ ਹਨ, ਜਾਂ ਪੂਜਾ ਕਰਨੀ ਦੇਵੀ ਦੇਵਤਿਆਂ ਦੀ, ਹੋਰ ਕਈ ਤਰ੍ਹਾਂ ਦੇ ਨਾਲ ਠਾਕੁਰਾਂ ਦੀ ਪੂਜਾ ਕਰਨੀ ਅਤੇ ਮੂਰਤੀਆਂ ਦੀ ਪੂਜਾ ਕਰਨੀ। ਗਵਨ ਭਵਨ ਯਤਨ ਕਰਨ ਸਗਲ ਫਲ ਪੁਨੀ। ਸਤਿਗੁਰੂ ਮਹਾਰਾਜ ਕਹਿੰਦੇ ਕਈ ਲੋਕ ਗਵਨ ਭਵਨ, ਗਵਨ ਨਾਮ ਚੱਲਣਾ ਕਰਦੇ ਹਨ, ਭਵਨ ਨਾਮ ਧਰਤੀ 'ਤੇ, ਧਰਤੀ 'ਤੇ ਚੱਲਣ, ਇਹ ਜਿੱਧਰ ਨੂੰ ਮੂੰਹ ਹੋ ਜਾਏ, ਦਿਸ਼ਾ ਬਣ ਜਾਵੇ, ਉੱਧਰ ਨੂੰ ਚੱਲਦੇ ਹਨ, ਨਾਂਗੇ ਸਾਧੂ ਕਿਹਾ ਜਾਂਦਾ ਉਹਨਾਂ ਨੂੰ। ਜਾਂ ਜਿਹੜੇ ਗਵਨ ਭਵਨ ਤੀਰਥਾਂ 'ਤੇ ਵਿਚਰਦੇ ਹਨ, ਭੌਂਦੇ ਹੀ ਰਹਿੰਦੇ ਨੇ, ਇੱਕ ਤੀਰਥ ਤੋਂ ਦੂਜੇ ਤੀਰਥ, ਦੂਜੇ ਤੀਰਥ ਤੋਂ ਤੀਜੇ ਤੀਰਥ। ਇਸ ਤਰ੍ਹਾਂ ਕਈ ਸਾਧ ਸੰਗਤ ਭਵਨ 4 ਮੰਨੇ ਜਾਂਦੇ ਨੇ, ਕੇਦਾਰਨਾਥ, ਬਦਰੀਨਾਥ, ਕਾਂਸੀ ਇਤਿਆਦਿਕ। ਇਹਨਾਂ ਜਿਹੜੇ ਭਵਨਾਂ ਦੇ ਵਿੱਚ ਕਈ ਲੋਕ ਗਵਣਾ ਚੱਲਣਾ ਕਰਦੇ ਹਨ, ਧਰਤੀ 'ਤੇ ਚੱਲਦੇ ਹਨ, ਯਾਤਰ ਕਰਨ 'ਤੇ ਯਾਤਰਾ ਕਰਦੇ ਨੇ, ਕਹਿੰਦੇ ਅਸੀਂ ਯਾਤਰੂ ਹਾਂ ਜੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਤੁਰਨਾ ਕਰਦੇ ਹਨ। ਸਗਲ ਫਲ ਪੁੰਨੀ, ਜਿਹੜਾ ਇਹ ਸਾਰੇ ਸਾਧਨ ਦੱਸੇ ਨੇ ਨਾ, ਇਹਨਾਂ ਨੂੰ ਕਰਕੇ ਜਿਹੜਾ ਫਲ ਮਿਲਦਾ, ਸਤਿਗੁਰੂ ਕਹਿੰਦੇ ਉਹ ਸਾਰਾ ਫਲ ਪ੍ਰਭੂ ਪਰਮਾਤਮਾ ਦੀ ਸੇਵਾ ਕਰਕੇ ਮਿਲ ਜਾਂਦਾ ਹੈ। ਨਾਨਕ ਸੇਵ ਅਪਾਰ ਦੇਵ, ਜੋ ਅਪਾਰ ਪਾਰਾਵਾਰ ਤੋਂ ਰਹਿਤ ਪਰਮਾਤਮਾ ਹੈ, ਦੇਵ ਪ੍ਰਕਾਸ਼ ਰੂਪ, ਜੋ ਵਾਹਿਗੁਰੂ ਦੀ ਸੇਵਾ ਵਿੱਚ ਫਲ ਮਿਲਦਾ ਨਾ, ਸਗਲ ਫਲ ਪੁੰਨੀ, ਉਹ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹਨਾਂ ਜਿਹੜੇ ਸਾਧਨ ਦੱਸੇ ਨੇ ਉਹਨਾਂ 'ਚੋਂ ਨਹੀਂ ਪ੍ਰਾਪਤ ਹੁੰਦਾ। ਜੇ ਕਿਸੇ ਨੇ ਤਟਹਿ ਖਟਹਿ ਵਰਤ ਪੂਜਾ, ਤਟਾਂ 'ਤੇ ਜਾ ਕਰਕੇ ਤੀਰਥਾਂ 'ਤੇ ਇਸ਼ਨਾਨ ਕੀਤਾ ਹੋਵੇ, 6 ਤਰ੍ਹਾਂ ਦੇ ਖਟਹਿ ਸਾਧਨ ਵੀ ਕਰ ਲਏ ਹੋਣ, ਵਰਤ ਵੀ ਰੱਖ ਲਏ ਹੋਣ, ਪੂਜਾ ਵੀ ਕੀਤੀ ਹੋਵੇ, ਧਰਤੀ 'ਤੇ ਵੀ ਚੱਲਣਾ ਕਰਦਾ ਹੋਵੇ, ਯਾਤਰਾ ਕਰਨ ਵਾਲਾ ਹੋਵੇ, ਜਿਹੜਾ ਇਹਨਾਂ ਕਰਕੇ ਸਾਰਾ ਫਲ ਮਿਲਦਾ ਹੈ, ਮਹਾਰਾਜ ਕਹਿੰਦੇ ਭਾਈ ਉਹਦੇ ਤੋਂ ਕਈ ਗੁਣਾ ਫਲ ਵੱਧ ਪਰਮਾਤਮਾ ਦੀ ਸੇਵਾ ਕਰਕੇ ਮਿਲਦਾ ਹੈ। ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ, ਗੁਰ ਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ। ਜਿਹੜੀ ਹਰੀ ਪਰਮਾਤਮਾ ਦੀ ਸੇਵਾ ਕਰਨੀ ਹੈ, ਹਰੀ ਪਰਮਾਤਮਾ ਦੀ ਸੇਵਾ ਕਿਹੜੀ ਹੈ? ਨਾਮ ਜਪਣਾ, ਸੰਤ ਕੀ ਸੇਵਾ ਨਾਮ ਧਿਆਈ ਹੈ। ਜਿਹੜਾ ਨਾਮ ਜਪਣਾ ਹੈ ਇਹ ਪਰਮਾਤਮਾ ਦੀ ਸੇਵਾ ਹੈ। ਵਾਹਿਗੁਰੂ ਦੇ ਸਨਮੁਖ ਹੋਣਾ, ਆਪਣੀਆਂ ਭੁੱਲਾਂ ਨੂੰ ਬਖਸ਼ਾਉਣਾ, ਵਾਹਿਗੁਰੂ ਅੱਗੇ ਬੇਨਤੀ ਜੋਦੜੀ ਕਰਨੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣੇ, ਨਾਮ ਜਪਦੇ ਰਹਿਣਾ, ਸੇਵਾ ਕਰਦੇ ਰਹਿਣਾ, ਸਦਾ ਆਪਣੇ ਆਪ ਨੂੰ ਨਿਮਾਣੇ ਬਣਾ ਕੇ ਰੱਖਣਾ। ਮੇਲ ਲਹਿਓ ਦਇਆਲ ਢਹੇ ਪਏ ਦੁਆਰਿਆ, ਰੱਖ ਲੇਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਜਿਹੜਾ ਸਨਮੁਖ ਹੋਵੇਗਾ ਉਹਦੇ 'ਚ ਗੁਣ ਪ੍ਰਗਟ ਹੋ ਜਾਣਗੇ। ਭਗਤੀ ਨੇ ਸਾਨੂੰ ਸਨਮੁਖ ਕਰਨਾ ਹੈ, ਸ਼ਬਦ ਨੇ ਸਾਨੂੰ, ਗੁਰੂ ਨੇ ਸਾਨੂੰ ਪਰਮਾਤਮਾ ਵਾਲੇ ਪਾਸੇ ਮੋੜਨਾ ਹੈ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੀ ਸੇਵਾ ਵਿੱਚ ਫਲ ਮਿਲਦਾ ਹੈ ਭਾਈ, ਉਹ ਦੂਜੇ ਪਾਸੇ ਜਿੰਨੇ ਸਾਧਨ ਕਥਨ ਕੀਤੇ ਨੇ ਪੁਰਾਣੇ ਸਮਿਆਂ ਵਿੱਚ ਲੋਕਾਂ ਨੇ, ਉਹਨਾਂ ਕਰਕੇ ਪ੍ਰਾਪਤ ਨਹੀਂ ਹੁੰਦਾ। ਸਭ ਤੋਂ ਵੱਡਾ ਫਲ ਹੈ ਵਾਹਿਗੁਰੂ ਦੀ ਸੇਵਾ ਕੀਤਿਆਂ, ਵਾਹਿਗੁਰੂ ਦੇ ਸਨਮੁਖ ਹੋ ਕਰਕੇ ਬੰਦਗੀ ਕੀਤਿਆਂ, ਨਾਮ ਜਪਿਆਂ, ਇਹ ਸਭ ਤੋਂ ਵੱਡਾ ਫਲ ਮਿਲਦਾ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਭਗਤ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿਹੜਾ ਸੁੱਖ ਮਹਾਨ ਸਮਝਿਆ? ਭਗਤ ਜੀ ਕਹਿੰਦੇ ਅਸੀਂ ਪਰਮਾਤਮਾ ਦੇ ਨਾਮ ਦਾ ਜਿਹੜਾ ਰਟਨ ਕਰਨਾ ਹੈ, ਜਾਪ ਕਰਨਾ ਹੈ। ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ, ਇਹ ਹੈ ਸਾਰ ਧਨ ਕਹੀਏ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਏ। ਅਸੀਂ ਤਾਂ ਉਹ ਸੁੱਖ ਜਾਣਿਆ ਜਿਹੜਾ ਪਰਮਾਤਮਾ ਦੀ ਸੇਵਾ ਕਰਕੇ ਪ੍ਰਾਪਤ ਹੋਇਆ, ਰਾਜਾ ਵੀ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ।
ਦੇਖੋ ਰਾਜੇ ਵੀ ਚਰਨੀ ਡੱਗ ਪੈਂਦੇ ਨੇ ਭਗਤਾਂ ਦੇ। ਭਗਤ ਸੈਣ ਜੀ ਦੇਖੋ ਕਿੰਨਾ ਸਾਧ ਸੰਗਤ ਮਨ ਦੇ ਅੰਦਰ ਭੈ ਹੈ ਪਰਮਾਤਮਾ ਦਾ ਔਰ ਪਿਆਰ ਹੈ। ਰਾਜੇ ਦੇ ਘਰ ਮਾਲਿਸ਼ ਕਰਨ ਜਾਇਆ ਕਰਦੇ ਸਨ ਸਰੀਰ ਤੇ। ਰਾਜੇ ਨੂੰ ਰੋਗ ਲੱਗਿਆ ਹੋਇਆ ਸੀ। ਭਗਤ ਸੈਣ ਜੀ ਇੱਕ ਦਿਨ ਮਹਾਂਪੁਰਖ ਘਰੇ ਆ ਗਏ। ਸੰਤ ਪ੍ਰਾਹੁਣੇ ਬਣ ਕੇ ਆ ਗਏ। ਉਹਨਾਂ ਦੀ ਸੇਵਾ ਵਿੱਚ ਐਸੇ ਰੁੱਝੇ, ਭਜਨ ਬੰਦਗੀ ਕਰਦਿਆਂ ਰਾਤ ਬਤੀਤ ਹੋ ਗਈ ਅਤੇ ਚੇਤਾ ਹੀ ਭੁੱਲ ਗਿਆ ਕਿ ਰਾਜੇ ਦੇ ਕੋਲ ਡਿਊਟੀ 'ਤੇ ਜਾਣਾ ਹੈ ਅਤੇ ਮੈਂ ਆਪਣਾ ਜੋ ਰੋਜ਼ ਦਾ ਨੇਮ ਹੈ ਉਹ ਨਿਭਾਉਣਾ ਸੀ। ਉੱਧਰ ਵਾਹਿਗੁਰੂ ਪਰਮਾਤਮਾ ਨੇ ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੇ ਘਰੇ ਜਾ ਕੇ ਉਹਦੇ ਮਾਲਿਸ਼ ਕੀਤੀ ਔਰ ਮਾਲਿਸ਼ ਕਰਦਿਆਂ ਰਾਜੇ ਦਾ ਜਿਹੜਾ ਦੁੱਖ ਸੀ ਨਾ, ਰੋਗ ਸੀ, ਉਹ ਟੁੱਟ ਹੀ ਗਿਆ। ਬੜਾ ਪ੍ਰਸੰਨ ਹੋਇਆ ਰਾਜਾ। ਉਸ ਸਮੇਂ ਸੈਣ ਰੂਪ ਪਰਮਾਤਮਾ ਚਲੇ ਗਏ, ਪਰ ਦੂਜੇ ਪਾਸੇ ਜੋ ਭਗਤ ਸੈਣ ਜੀ ਸਨ, ਮਹਾਂਪੁਰਖਾਂ ਦੀ ਸੇਵਾ ਤੋਂ ਜਦੋਂ ਥੋੜ੍ਹਾ ਵਿਹਲੇ ਹੋਏ, ਪਤਾ ਲੱਗਿਆ ਵੀ ਅੱਜ ਤਾਂ ਮੈਂ ਆਪਣੇ ਨੇਮ ਵਿੱਚ ਫਰਕ ਪਾ ਦਿੱਤਾ, ਰਾਜੇ ਦੇ ਘਰ ਗਿਆ ਹੀ ਨਹੀਂ। ਤਾਂ ਉਸ ਸਮੇਂ ਛੇਤੀ ਦੇ ਨਾਲ, ਕਾਹਲੀ ਦੇ ਨਾਲ ਤੁਰ ਪਏ ਵੀ ਹਜੇ ਵੀ ਕੁਝ ਨਹੀਂ ਵਿਗੜਿਆ, ਮਾफ़ੀ ਮੰਗ ਲਾਂਗੇ। ਪਰ ਜਦੋਂ ਦਰਬਾਰ ਵਿੱਚ ਪਹੁੰਚੇ ਸਾਧ ਸੰਗਤ, ਰਾਜਾ ਬੜਾ ਖੁਸ਼ ਹੋਇਆ ਵੀ ਅੱਜ ਦੁਬਾਰਾ ਫਿਰ ਕਿਉਂ ਆ ਗਏ। ਪੁੱਛਿਆ, ਸੈਣ ਜੀ ਤੁਸੀਂ ਤਾਂ ਹੁਣੇ ਹੀ ਗਏ ਸੀ, ਤੁਸੀਂ ਦੁਬਾਰਾ ਕਿਵੇਂ ਆ ਗਏ। ਤਾਂ ਉਸ ਸਮੇਂ ਸਾਧ ਸੰਗਤ ਭਗਤ ਸੈਣ ਜੀ ਕਹਿੰਦੇ, ਰਾਜਨ ਅੱਜ ਮੇਰੇ ਘਰ ਮਹਾਂਪੁਰਖ ਆ ਗਏ ਸਨ। ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਦਿਆਂ, ਨਾਮ ਜਪਦਿਆਂ, ਬੰਦਗੀ ਕਰਦਿਆਂ ਐਸਾ ਸਮਾਂ ਬਤੀਤ ਹੋਇਆ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਤੇਰੇ ਘਰ ਮੈਂ ਜਾਣਾ ਹੈ। ਸਭ ਕੁਝ ਹੀ ਭੁੱਲ ਗਿਆ। ਰਾਜਾ ਕਹਿੰਦਾ ਵੀ ਹੁਣੇ ਤਾਂ ਤੂੰ ਗਿਆ ਸੀ, ਅੱਜ ਤਾਂ ਤੂੰ ਮਾਲਿਸ਼ ਵੀ ਇੰਨੀ ਪ੍ਰੇਮ ਨਾਲ ਕੀਤੀ ਕਿ ਮੇਰਾ ਸਾਰਾ ਹੀ ਰੋਗ ਟੁੱਟ ਗਿਆ। ਆਪਣੀ ਪੋਸ਼ਾਕ ਲਾਹ ਕਰਕੇ ਸਾਧ ਸੰਗਤ ਰਾਜੇ ਨੇ ਭਗਤ ਸੈਣ ਜੀ 'ਤੇ ਪਾ ਦਿੱਤੀ। ਅਤੇ ਉਸ ਸਮੇਂ ਭਗਤ ਸੈਣ ਜੀ ਕਹਿੰਦੇ, ਰਾਜਨ ਇਹ ਉਸ ਪਰਮਾਤਮਾ ਦੀ ਵਡਿਆਈ ਹੈ ਕਿ ਉਸ ਨੇ ਮੇਰੀ ਪੱਤ ਰੱਖੀ ਹੈ। ਉਹਨੇ ਮੇਰੀ ਵੀ ਪੱਤ ਰੱਖ ਲਈ, ਤੇਰੀ ਵੀ ਪੱਤ ਰੱਖ ਲਈ। ਔਰ ਭਗਤ ਧੰਨਾ ਜੀ ਕਹਿੰਦੇ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਘਰ ਘਰ ਦੇ ਵਿੱਚ ਭਗਤ ਸੈਣ ਜੀ ਦਾ ਜਸ ਹੋ ਗਿਆ। ਜਿਹੜੇ ਗੁਰਮੁਖ ਬਣ ਕੇ ਪ੍ਰਭੂ ਦੀ ਬੰਦਗੀ ਕਰਦੇ ਨੇ, ਉਹਨਾਂ ਦਾ ਬੇਅੰਤੀ ਜਸ ਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ, ਭਾਈ ਜੋ ਪਰਮਾਤਮਾ ਦੀ ਸੇਵਾ ਵਿੱਚ ਸੁੱਖ ਹੈ ਨਾ, ਉਹ ਹੋਰ ਸਾਧਨ ਕਰਨ ਦੇ ਨਾਲ ਪ੍ਰਾਪਤ ਨਹੀਂ ਹੁੰਦਾ। ਜਿਹਨੇ ਵਾਹਿਗੁਰੂ ਦੀ ਸੇਵਾ ਕੀਤੀ ਹੈ, ਉਹਨੇ ਸਾਰੇ ਹੀ ਸਾਧਨ ਕਰ ਲਏ, ਉਹਦੀ ਸਾਰੀ ਹੀ ਸਫਲ ਘਾਲਣਾ ਹੋ ਗਈ। ਭੈਰੋ ਅਸ਼ਟਪਦੀਆ ਮਹੱਲਾ ਪਹਿਲਾ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਭੈਰੋ ਰਾਗ ਦੇ ਵਿੱਚ ਸਾਧ ਸੰਗਤ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਪਹਿਲੇ ਪਾਤਸ਼ਾਹ ਜੀ ਦੇ ਸ਼ਬਦ ਲਿਖਾ ਰਹੇ ਨੇ। ਇੱਥੇ ਸਾਧ ਸੰਗਤ ਜੀ ਭੈਰੋ ਰਾਗ ਦੇ ਵਿੱਚ 8 ਸ਼ਬਦ ਪਹਿਲੇ ਪਾਤਸ਼ਾਹ ਜੀ ਦੇ ਆਏ ਹਨ, 21 ਸ਼ਬਦ ਤੀਜੇ ਪਾਤਸ਼ਾਹ ਜੀ ਦੇ ਆਏ ਹਨ, 7 ਸ਼ਬਦ ਚੌਥੇ ਪਾਤਸ਼ਾਹ ਜੀ ਦੇ ਆਏ ਨੇ ਅਤੇ 57 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਏ ਨੇ। ਤਕਰੀਬਨ 93 ਸ਼ਬਦ ਸਾਰੇ ਇੱਥੇ ਸੰਪੂਰਨ ਹੋਏ ਹਨ, 4 ਪਦਿਆਂ ਵਾਲੇ, 2 ਪਦਿਆਂ ਵਾਲੇ। ਹੁਣ ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਅਸ਼ਟਪਦੀਆਂ ਆਰੰਭ ਹੁੰਦੀਆਂ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਭੈਰੋ ਅਸ਼ਟਪਦੀਆ ਮਹੱਲਾ ਪਹਿਲਾ ਘਰ ਦੂਜਾ। ਭੈਰੋ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਹੈ। ਅਸ਼ਟਪਦੀ ਦਾ ਅਰਥ ਹੁੰਦਾ ਹੈ 8 ਪਦਿਆਂ ਦਾ। ਇੱਥੇ ਸਤਿਗੁਰਾਂ ਦਾ ਸ਼ਬਦ ਤਾਂ ਇੱਕ ਹੀ ਆਉਣਾ ਹੈ, ਪਰ ਅਗਲੇ ਸ਼ਬਦ ਵੀ ਅਸ਼ਟਪਦੀਆਂ ਹਨ ਅਤੇ ਉੱਥੇ ਸਾਧ ਸੰਗਤ ਸਤਿਗੁਰਾਂ ਨੇ ਇਹ ਸਰਲੇਖ ਨਹੀਂ ਦਿੱਤਾ। ਇਸ ਲਈ ਇੱਥੇ ਹੀ ਸਤਿਗੁਰਾਂ ਨੇ ਕਹਿ ਦਿੱਤਾ ਵੀ ਬਹੁਵਚਨ ਲਾ ਕੇ ਅਸ਼ਟਪਦੀਆਂ ਹਨ। ਘਰ ਦੂਜਾ, ਸੁਰ ਤਾਲ ਦੇ ਦੂਜੇ ਘਰ ਵਿੱਚ ਇਹ ਸ਼ਬਦ ਗਾਏ ਜਾਂਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਪਰਮਾਤਮਾ ਵਾਹਿਗੁਰੂ। ਓੰਕਾਰ ਉਚਾਰਨ ਮਾਤਰ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਸਤ ਤਰੇ ਕਲ ਆਬਾਦ ਸਰੂਪ ਹੈ, ਗੁਰ ਚੇਤਨ ਸਰੂਪ, ਪ੍ਰਸਾਦ ਆਨੰਦ ਸਰੂਪ ਹੈ। ਆਤਮ ਵਹਿ ਰਾਮ, ਰਾਮ ਵਹਿ ਆਤਮ, ਚੀਨਸ ਗੁਰ ਵਿਚਾਰਾ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਨ,
ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀਓ ਸਾਨੂੰ ਉਪਦੇਸ਼ ਬਖਸ਼ੋ ਕਿ ਇਹ ਜਿਹੜਾ ਜੀਵ ਹੈ ਇਹ ਪਰਮਾਤਮਾ ਦੇ ਨਾਲ, ਈਸ਼ਵਰ ਦੇ ਨਾਲ ਕਿਵੇਂ ਮਿਲੇ, ਕਿਵੇਂ ਮਿਲਾਪ ਹੁੰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ, ਭਾਈ ਗੁਰਸਿੱਖੋ ਆਤਮ ਮਹਿ ਰਾਮ, ਜੋ ਆਤਮਾ ਹੈ, ਜੋ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਹੈ, ਉਹ ਹੈ ਆਤਮਾ, ਜਿਸ ਨੂੰ ਵਿਦਵਾਨਾਂ ਨੇ ਤੁਅੰਗ ਪਦ ਦਾ ਲੱਖ ਅਰਥ ਆਖਿਆ। ਆਤਮ ਮਹਿ ਰਾਮ, ਆਤਮਾ ਦੇ ਵਿੱਚ ਰਾਮ ਪਰਮਾਤਮਾ ਸਮਾਇਆ ਹੋਇਆ ਹੈ, ਪਰਮਾਤਮਾ ਆਤਮਾ ਵਿੱਚ ਸਮਾਇਆ ਹੋਇਆ ਹੈ। ਰਾਮ ਮਹਿ ਆਤਮ, ਤੇ ਰਾਮ ਜੋ ਪਰਮਾਤਮਾ ਹੈ ਉਹਦੇ ਵਿੱਚ ਹੀ ਸਤਿਗੁਰੂ ਕਹਿੰਦੇ ਇਹ ਆਤਮਾ ਹੈ। ਆਤਮਾ ਰਹਿੰਦੀ ਕਿੱਥੇ ਹੈ? ਪਰਮਾਤਮਾ ਦੇ ਵਿੱਚ, ਤੇ ਆਤਮਾ ਦੇ ਵਿੱਚ ਵੀ ਪਰਮਾਤਮਾ ਹੈ, ਬਾਹਰ ਵੀ ਤੇ ਅੰਦਰ ਵੀ। ਚੀਨਸ ਗੁਰ ਵਿਚਾਰਾ, ਪਰ ਇਸ ਗੱਲ ਨੂੰ ਵਿਚਾਰਿਆ ਉਹਨਾਂ ਨੇ ਹੀ ਹੈ, ਉਹਨਾਂ ਨੇ ਸਾਧ ਸੰਗਤ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ। ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਉਹ ਜਾਣ ਲੈਂਦੇ ਨੇ ਕਿ ਆਤਮਾ ਵਿੱਚ ਪਰਮਾਤਮਾ ਹੈ। ਜਿਵੇਂ ਪਾਣੀ ਦੀ ਬੂੰਦ ਜਾਂ ਪਾਣੀ ਤੋਂ ਅਸੀਂ ਦੇਖਦੇ ਹਾਂ ਲਹਿਰ ਬਣ ਜਾਂਦੀ ਹੈ। ਹੁਣ ਜਿਹੜੀ ਲਹਿਰ ਹੈ ਪਾਣੀ ਕਰਕੇ ਬਣਦੀ ਹੈ, ਤੇ ਲਹਿਰ ਦੇ ਵਿੱਚ ਵੀ ਪਾਣੀ ਹੁੰਦਾ ਤੇ ਪਾਣੀ ਵਿੱਚ ਹੀ ਉਹ ਰਹਿੰਦੀ ਹੈ। ਪਾਣੀ ਤੋਂ ਬਾਹਰ ਲਹਿਰਾਂ ਥੋੜ੍ਹੀ ਹੁੰਦੀਆਂ ਨੇ, ਤਰੰਗਾਂ ਜਾਂ ਝੱਗ ਜਾਂ ਬੁਲਬੁਲੇ। ਜਲ ਤਰੰਗ ਫੇਨ ਬੁੱਧ ਬੁੱਧਾ, ਜਲ ਤੇ ਭੈਣ ਨਾ ਹੋਈ। ਭਗਤ ਧੰਨ ਨਾਮਦੇਵ ਜੀ ਕਹਿੰਦੇ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਇਹ ਸਾਰਾ ਸੰਸਾਰ ਪਰਮਾਤਮਾ ਦਾ ਹੀ ਖੇਡ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕ ਹੈ ਏਕ ਓੰਕਾਰ। ਹੋਇਆ ਕੀ ਹੈ, ਜਿਹੜਾ ਜੀਵ ਹੈ ਉਹਦੇ ਵਿੱਚ ਖੱਟ ਔਗਣ ਪੈਦਾ ਹੋ ਗਏ, 6 ਔਗਣ। ਇਹ ਆਪਣੇ ਆਪ ਨੂੰ ਵੱਖਰਾ ਸਮਝਣ ਲੱਗ ਜਾਂਦਾ ਹੈ, ਆਪਣੀ ਵੱਖਰੀ ਹੋਂਦ ਬਣਾ ਕਰਕੇ ਵੱਖਰੇ ਕਾਰਜ ਕਰਦਾ ਹੈ ਔਰ ਹਉਮੈ ਦੇ ਆਸਰੇ ਜੀਵਨ ਬਤੀਤ ਕਰਦਾ ਹੈ। ਇਸ ਕਰਕੇ ਆਪਣੇ ਸਰੂਪ ਨਾਲੋਂ ਭੁੱਲਿਆ ਹੋਇਆ ਹੈ, ਪਰਮਾਤਮਾ ਤੋਂ ਬੇਮੁਖ ਹੈ, ਔਰ ਬੇਮੁਖ ਹੋਣ ਕਰਕੇ ਇਸ ਨੂੰ ਭਟਕਣਾ ਹੈ, ਦੁੱਖ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਜਿਵੇਂ ਪਾਣੀ ਦੇ ਵਿੱਚ ਤਰੰਗਾਂ ਉੱਠਦੀਆਂ ਨੇ, ਪਰ ਉਹ ਪਾਣੀ ਤੋਂ ਬਾਹਰ ਥੋੜ੍ਹੀ ਹੁੰਦੀਆਂ ਨੇ। ਹਾਂ, ਇੰਨਾ ਕੁ ਹੈ ਕਿ ਉਹ ਤਰੰਗ ਵੱਖਰੀ ਦਿਸਦੀ ਹੈ ਪਾਣੀ ਨਾਲੋਂ, ਉਹਦੀ ਹਲਚਲ, ਉਹਦਾ ਆਕਾਰ ਵੱਖਰਾ ਬਣ ਜਾਂਦਾ ਹੈ, ਪਰ ਹੁੰਦੀ ਤਾਂ ਉਹ ਪਾਣੀ ਤੋਂ ਬਣੀ ਹੈ। ਇਸ ਤਰ੍ਹਾਂ ਜਿਹੜੀ ਆਤਮਾ ਹੈ ਉਹ ਪਰਮਾਤਮਾ ਤੋਂ ਹੀ ਬਣੀ ਹੋਈ ਹੈ, ਔਰ ਪਰਮਾਤਮਾ ਹੀ ਇਸ ਆਤਮਾ ਵਿੱਚ ਸਮਾਇਆ ਹੋਇਆ ਹੈ। ਚੀਨਸ ਗੁਰ ਵਿਚਾਰਾ, ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਉਪਦੇਸ਼ ਦੀ ਵਿਚਾਰ ਕੀਤੀ ਹੈ, ਸ਼ਬਦ ਦੀ ਵਿਚਾਰ ਕੀਤੀ ਹੈ, ਉਹ ਜਾਣ ਲੈਂਦੇ ਨੇ ਆਪਣੇ ਅੰਦਰ ਨੂੰ ਪੜ੍ਹ ਕਰਕੇ। ਸ਼ਬਦ ਨਾਲ ਮਿਲ ਕੇ ਉਹਨਾਂ ਨੇ ਆਪਣੇ ਆਪ ਨੂੰ ਰਿੜਕਣਾ ਕੀਤਾ ਹੈ। ਹਰਿ ਕਾ ਬਿਲੋਵਨਾ, ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਤ ਨਾ ਜਾਈ। ਉਹਨਾਂ ਨੇ ਪਰਮਾਤਮਾ ਨੂੰ ਆਪਣੇ ਅੰਦਰ ਜਾਣਿਆ ਹੈ। ਕਿਵੇਂ? ਹਰਿ ਕਾ ਬਿਲੋਵਨਾ ਮਨ ਕਾ ਵਿਚਾਰਾ, ਮਨ ਦੀ ਵਿਚਾਰ ਕੀਤੀ ਹੈ। ਤਨ ਕਰ ਮਟ ਕੀ ਮਨ ਮਾਹੇ ਸੰਜੋਈ। ਮਨ ਦੇ ਵਿੱਚ ਸਾਧ ਸੰਗਤ ਤਨ ਦੇ ਗੁਣ ਦੇਖੇ ਨੇ, ਤਨ ਦਾ ਪ੍ਰੇਮ ਦੇਖਿਆ, ਤਨ ਦੀ ਹੋਂਦ ਵੇਖੀ ਹੈ ਵੀ ਤਨ ਕਿੰਨਾ ਸਮਾਂ ਹੈ। ਪਰ ਤਨ ਤਾਂ ਪਰਮਾਤਮਾ ਦੇ ਆਸਰੇ ਚੱਲ ਰਿਹਾ ਹੈ, ਪਰਮਾਤਮਾ ਨੇ ਇਸ ਵਿੱਚ ਸਵਾਸ ਰੱਖੇ ਹੋਏ ਨੇ। ਤਨ, ਜਿੰਨੀ ਤਨ ਦੀ ਕਿਰਿਆ ਹੈ ਉਹ ਵੀ ਪਰਮਾਤਮਾ ਦੇ ਆਸਰੇ ਹੈ ਕਿ ਇਹ ਪਰ ਅਧੀਨ ਹੈ। ਇਸ ਨੂੰ ਸਵਾਸ ਚਾਹੀਦੇ ਨੇ, ਪਾਣੀ ਪੀਣ ਵਾਸਤੇ ਚਾਹੀਦਾ ਹੈ, ਤੇ ਇਸ ਨੂੰ ਰਹਿਣ ਵਾਸਤੇ ਘਰ ਚਾਹੀਦਾ ਹੈ। ਇਸ ਨੂੰ ਭੁੱਖ ਲੱਗਦੀ ਹੈ। ਤਨ ਦੇ ਵਿੱਚ ਇਹ ਵਿਕਾਰ ਨੇ ਸਾਧ ਸੰਗਤ। ਫਿਰ ਜੀਵ ਜੇ ਤਾਂ ਇਹ ਜਾਣ ਲਏ ਕਿ ਇਹ ਤਨ ਜਿਹੜਾ ਹੈ
ਇਹ ਕੁਝ ਸਮੇਂ ਵਾਸਤੇ ਹੈ। ਇਹ ਸ਼ਬਦ ਤਾਂ ਸਾਨੂੰ ਇਹੀ ਸੋਚ ਦਿੰਦਾ ਨਾ ਕਿ ਬੰਦਿਆ ਤੈਨੂੰ ਇਹ ਇੱਕ ਸਾਧਨ ਮਿਲਿਆ। ਜਿਵੇਂ ਅਸੀਂ ਗੱਡੀ ਕਾਰ ਹੁੰਦੀ ਹੈ, ਉਹਦੇ 'ਤੇ ਬੈਠ ਕੇ ਇੱਥੋਂ ਕਿਤੇ ਹੋਰ ਥਾਂ 'ਤੇ ਜਾਈਏ। ਅਸੀਂ ਗੱਡੀ ਤਾਂ ਨਹੀਂ ਬਣ ਜਾਂਦੇ, ਗੱਡੀ ਤਾਂ ਗੱਡੀ ਹੋਈ ਰਹਿੰਦੀ ਹੈ, ਪਰ ਉਹ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ 'ਚ ਸਮਰੱਥ ਹੋ ਜਾਂਦੀ ਹੈ। ਸਾਧਨ ਕਹਿ ਦਿੰਦੇ ਹਾਂ ਵੀ ਅਸੀਂ ਫਲਾਣੇ ਸਾਧਨ 'ਤੇ ਚੱਲ ਕੇ ਆਏ ਹਾਂ ਭਾਈ। ਇਸ ਤਰ੍ਹਾਂ ਹੀ ਪਰਮਾਤਮਾ ਤੱਕ ਪਹੁੰਚਣ ਵਾਸਤੇ ਇਹ ਸਰੀਰ ਇੱਕ ਸਾਧਨ ਹੈ। ਵਾਹਿਗੁਰੂ ਪਰਮਾਤਮਾ ਨੇ ਤੈਨੂੰ ਇੱਕ ਸਾਧਨ ਦਿੱਤਾ ਹੈ। ਇਸ ਸਾਧਨ ਰਾਹੀਂ ਤੂੰ ਬੰਦਗੀ ਕਰਕੇ ਆਪਣੇ ਆਪ ਨੂੰ ਸਵਾਰ ਕੇ ਸੰਗਤ ਨਾਲ ਜੁੜ ਕੇ ਆਪਣਾ ਜੀਵਨ ਉੱਚਾ ਕਰ, ਆਪਣੇ ਵਿਕਾਰਾਂ ਨੂੰ ਛੱਡ, ਪਰਮਾਤਮਾ ਦਾ ਚਿੰਤਨ ਕਰ। ਜਿਹੜਾ ਤੇਰਾ ਮਨ ਪਦਾਰਥਾਂ ਦੇ ਵਿੱਚ ਲੱਗ ਕੇ ਬਾਹਰ ਮੁਖੀ ਹੋਇਆ ਪਿਆ, ਭਟਕਦਾ ਪਿਆ, ਇਹਨੂੰ ਅੰਤਰਮੁਖੀ ਕਰ। ਸ਼ਬਦ ਨਾਲ ਜੁੜ ਕੇ ਆਪਣੇ ਆਪ ਨੂੰ ਕੇਵਲ ਸੰਸਾਰ ਮਾਤਰ ਨਾ ਰੱਖ ਵੀ ਸੰਸਾਰੀ ਜੀਵਨ ਜਿਉਣਾ ਹੈ, ਖਾਣਾ ਪੀਣਾ, ਸੌ ਲਿਆ, ਮਾਇਆ ਜੋੜ ਲਈ, ਚਾਰ ਉਹਦੇ ਤੋਂ ਫੜ ਲਏ, ਚਾਰ ਕਿਸੇ ਨੂੰ ਪੈਸੇ ਦੇ ਦਿੱਤੇ, ਲੈਣ ਦੇਣ ਵੀ ਚਲਾਈ ਚੱਲੀ ਜਾਂਦਾ। ਨਹੀਂ, ਸ਼ਬਦ ਨਾਲ ਜੁੜ ਕੇ ਆਪਣੇ ਆਪ ਨੂੰ ਉੱਚਾ ਉਠਾ। ਇਹ ਜਿਹੜੇ ਸਰੀਰਕ ਲੋੜਾਂ ਨੇ ਇਹ ਤਾਂ ਕੇਵਲ ਸੰਸਾਰ ਮਾਤਰ ਨੇ ਔਰ ਉਹਨਾਂ ਸਮਾਂ ਜਿੰਨਾ ਸਮਾਂ ਜੀਵਨ ਹੈ। ਪਰ ਜੇ ਤੂੰ ਸ਼ਬਦ ਨਾਲ ਉੱਪਰੋਂ ਉੱਠ ਕੇ ਪਰਮਾਤਮਾ ਨਾਲ ਜੁੜੇਗਾ, ਵਾਹਿਗੁਰੂ ਦੀ ਬੰਦਗੀ ਕਰੇਗਾ, ਜਨਮਾਂ ਜਨਮਾਂ ਦੇ ਕਰਮ ਕੱਟੇ ਜਾਣਗੇ, ਮਨ ਆਪਣੇ ਅਸਲ ਸਰੂਪ ਅੰਦਰ ਆਵੇਗਾ। ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਤੇ ਮਨ ਦੇ ਅੰਦਰ ਸ਼ਬਦ ਦੀ ਵਿਚਾਰ ਕੀਤਿਆਂ ਜਿਹੜੇ ਦੁਨੀਆ ਦੇ ਭੈ ਨੇ, ਵਿਕਾਰ ਨੇ, ਔਗਣ ਨੇ, ਹੌਲੀ ਹੌਲੀ ਛੁੱਟ ਜਾਣਗੇ। ਜਿਹੜੀ ਜਦੋਂ ਕੱਪੜੇ ਨੂੰ ਮੈਲ ਲੱਗਦੀ ਹੈ ਨਾ, ਉਹ ਲੱਗਦੀ ਤਾਂ ਬਾਹਰੋਂ ਹੀ ਹੈ ਨਾ, ਪਾਸਿਓਂ ਹੀ ਲੱਗਦੀ ਹੈ, ਉਹਦੇ ਵਿੱਚੋਂ ਥੋੜ੍ਹੀ ਪੈਦਾ ਹੋ ਜਾਂਦੀ ਹੈ। ਪਰ ਉਹ ਕੱਪੜੇ 'ਚ ਇੰਨਾ ਮਿਲ ਜਾਂਦੀ ਹੈ ਵੀ ਕੱਪੜਾ ਅਤੇ ਉਹ ਮੈਲ ਇੱਕੋ ਹੀ ਹੋ ਜਾਂਦੇ ਨੇ। ਪਰ ਜਦੋਂ ਅਸੀਂ ਉਹਨੂੰ ਧੋਦੇ ਹਾਂ ਸਾਬਣ ਦੇ ਨਾਲ ਅਤੇ ਕੱਪੜਾ ਵੱਖਰਾ ਹੋ ਜਾਂਦਾ ਹੈ ਅਤੇ ਮੈਲ ਬਾਹਰ ਨਿਕਲ ਜਾਂਦੀ ਹੈ, ਧੋਤੀ ਜਾਂਦੀ ਹੈ। ਇਸ ਤਰ੍ਹਾਂ ਜਿਹੜੇ ਔਗਣ ਨੇ ਸਾਧ ਸੰਗਤ, ਉਹ ਜੀਵ ਨੂੰ ਮੈਲ ਲੱਗੀ ਹੋਈ ਹੈ, ਔਗਣਾ ਕਰਕੇ ਸੁਭਾਅ ਉਲਟ ਗਿਆ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਸੁਭਾਅ ਨੂੰ ਤੂੰ ਸੁਧਾਰ ਸਕਦਾ ਹੈ ਸ਼ਬਦ ਨਾਲ ਜੁੜ ਕੇ। ਹੁਣ ਦੇਖੋ, ਇੱਕ ਮਹਾਤਮਾ ਮਹਾਂਪੁਰਖ ਅਤੇ ਇੱਕ ਆਮ ਆਦਮੀ ਦੇ ਕੇਵਲ ਵਿਚਾਰਾਂ ਵਿੱਚ ਹੀ ਫਰਕ ਹੁੰਦਾ ਨਾ, ਉਹਦੇ ਰਹਿਣ ਸਹਿਣ ਵਿੱਚ ਹੀ ਫਰਕ ਪੈ ਜਾਂਦਾ ਹੈ। ਮਹਾਤਮਾ ਦਾ ਰਹਿਣ ਸਹਿਣ, ਮਹਾਤਮਾ ਦੇ ਵਿਚਾਰ, ਸੋਚ ਪ੍ਰਭੂ ਪਰਮਾਤਮਾ ਵਾਲੀ ਹੁੰਦੀ ਹੈ, ਭਲੇ ਵਾਲੀ ਹੁੰਦੀ ਹੈ। ਉਹਦੇ ਗੁਣ ਕਥਨ ਕੀਤੇ ਜਾਂਦੇ ਨੇ। ਗੁਰਬਾਣੀ 'ਚ ਕਿੰਨੀ ਮਹਿਮਾ ਹੈ ਸੰਤਾਂ ਦੀ, ਉਹ ਸਵਾਸ ਸਵਾਸ ਜਪਦੇ ਨੇ। ਅਤੇ ਆਮ ਜਿਹੜਾ ਮਨੁੱਖ ਹੈ ਉਹਦੀ ਗੱਲ ਕਰੀਏ, ਉਹਦੇ ਵਿੱਚ ਉਹ ਗੁਣ ਨਹੀਂ ਹੁੰਦੇ, ਵਿਚਾਰ ਨਹੀਂ ਹੁੰਦੇ, ਉਹਦੇ ਕੋਲ ਰਹਿਣੀ ਬਹਿਣੀ ਨਹੀਂ ਹੈ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ ਗੁਣਾ ਕਰਕੇ ਅਤੇ ਔਗਣਾ ਕਰਕੇ ਜੀਵ ਵੱਖਰੇ ਹੋ ਜਾਂਦੇ। ਜਿਹੜੀ ਆਤਮਾ ਹੈ ਇਸ ਨੂੰ ਔਗਣਾ ਨੇ ਆਪਣੇ ਵਿੱਚ ਘੇਰਿਆ ਹੋਇਆ ਹੈ। ਜਿਵੇਂ ਕਿਸੇ ਹੀਰੇ ਦੀ ਕਣੀ ਨੂੰ ਲੀਰਾਂ ਨਾਲ ਲਪੇਟ ਲਈਏ, ਕੋਈ ਹੀਰਾ ਹੋਵੇ ਸਾਡੇ ਕੋਲ, ਉਹਨੂੰ ਅਸੀਂ ਲੀਰਾਂ ਨਾਲ ਲਪੇਟ ਲਈਏ ਅਤੇ ਬਾਹਰੋਂ ਲੀਰਾਂ ਹੀ ਦਿਸਣਗੀਆਂ ਨਾ, ਅਤੇ ਉਹ ਜਿਹੜੀ ਹੀਰੇ ਦੀ ਕਣੀ ਹੈ, ਹੀਰਾ, ਉਹ ਦਿਸੇਗਾ ਹੀ ਨਹੀਂ। ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਹੀਰਾ ਹੈ ਹੀ ਨਹੀਂ। ਇੰਨਾ ਹੈ ਕਿ ਉਹਨਾਂ ਲੀਰਾਂ ਨੇ ਹੀਰੇ ਨੂੰ ਲਪੇਟ ਲਿਆ, ਆਪਣੇ ਵਿੱਚ ਲੈ ਲਿਆ। ਫਿਰ ਉਹ ਅਸੀਂ ਉੱਦਮ ਕਰਕੇ ਲੀਰਾਂ ਪਾਸੇ ਕਰ ਦਿਓ ਅਤੇ ਹੀਰਾ ਵਿੱਚੋਂ ਨਿਕਲ ਆਵੇਗਾ। ਇਸ ਤਰ੍ਹਾਂ ਜਿਹੜਾ ਆਤਮਾ ਹੈ ਉਹ ਸਰੀਰ ਵਿੱਚ ਰਹਿੰਦੀ ਹੈ, ਅਤੇ ਸਰੀਰ ਸਾਡਾ ਸੰਸਾਰ ਦੇ ਆਸਰੇ ਲੋੜਾਂ ਹਨ ਚੱਲਦਾ ਹੈ। ਅਸੀਂ ਉਹਨਾਂ ਲੋੜਾਂ ਨੂੰ ਹੀ ਆਪਣਾ ਜੀਵਨ ਬਣਾਇਆ ਹੋਇਆ। ਸਤਿਗੁਰੂ ਮਹਾਰਾਜ ਕਹਿੰਦੇ ਸਾਰਾ ਕੁਝ ਪਾਸੇ ਕਰ ਦੇ, ਸਭ ਕੁਝ, ਔਰ ਇਹ ਦੇਖ ਕਿ ਕੇਵਲ ਮੈਂ ਇੱਕ ਹੀ ਹਾਂ। ਜੀਵਨ ਤੋਂ ਪਹਿਲਾਂ ਜਦੋਂ ਮੈਂ ਸੰਸਾਰ 'ਚ ਜਨਮ ਨਹੀਂ ਲਿਆ ਸੀ, ਉਦੋਂ ਮੈਂ ਕਿੱਥੇ ਸੀ, ਮੈਂ ਕਿੱਥੋਂ ਆਇਆ, ਅਤੇ ਜਦੋਂ ਜੀਵਨ ਸਮਾਪਤ ਹੋ ਜਾਂਦਾ ਬੰਦਾ ਕਿੱਥੇ ਜਾਂਦਾ ਹੈ।
ਅਸੀਂ ਕਿੰਨਾ ਆਪਣੀ ਹਉਮੈ ਕਰਦੇ ਹਾਂ, ਸਾਰਿਆਂ ਨਾਲ ਮੋਹ ਲਾਉਂਦੇ ਹਾਂ, ਆਪਣਾ ਆਪਣਾ ਬਣਾ ਕੇ ਰੱਖਦੇ ਹਾਂ। ਇਹੀ ਹੈ ਨਾ ਕਿ ਅਸੀਂ ਸੰਸਾਰ ਨਾਲ ਜੁੜ ਕੇ ਰਹਿਣ ਵਾਸਤੇ ਸਾਰਿਆਂ ਨਾਲ ਬੜਾ ਪ੍ਰੇਮ ਕਰਦੇ ਹਾਂ, ਮਿਲ ਕੇ ਰਹਿੰਦੇ ਹਾਂ, ਵਰਤਾਵਾ ਚੰਗਾ ਰੱਖਦੇ ਹਾਂ। ਪਰ ਇੱਕ ਦਿਨ ਇਹ ਸਭ ਕੁਝ ਝੂਠਾ ਕਿਉਂ ਹੋ ਜਾਂਦਾ ਹੈ? ਔਰ ਜਿਸ ਸਰੀਰ ਨੂੰ ਸਾਰੇ ਇੰਨਾ ਚਾਹੁੰਦੇ ਨੇ, ਉਸੇ ਸਰੀਰ ਨੂੰ ਸਾਰੇ ਜਾਣੇ ਇੱਕ ਥਾਂ 'ਤੇ ਲਿਜਾ ਕੇ ਜਾਂ ਦੱਬ ਦਿੰਦੇ ਨੇ ਜਾਂ ਸੰਸਕਾਰ ਕਰ ਦਿੰਦੇ ਨੇ। ਅਤੇ ਫਿਰ ਉਹ ਜਿਹੜਾ ਵਿੱਚ ਰਹਿੰਦਾ ਸੀ ਉਹ ਕਿੱਧਰ ਗਿਆ? ਸੱਚਾਈ ਹੈ, ਗੁਰੂ ਮਹਾਰਾਜ ਕਹਿੰਦੇ ਤੂੰ ਜੋਤ ਹੈ, ਤੂੰ ਆਪਣੇ ਅੰਦਰ ਨੂੰ ਪੜ੍ਹ, ਆਪਣੇ ਅੰਦਰ ਦੀ ਵਿਚਾਰ ਕਰਕੇ ਮੈਂ ਕੌਣ ਹਾਂ। ਪਰ ਇਹ ਤੈਨੂੰ ਗੁਰੂ ਨੇ ਦੱਸਣਾ, ਆਪੋਂ ਨਹੀਂ। ਜੇ ਆਪ ਕੋਸ਼ਿਸ਼ ਕਰੇਗਾ ਭਰਮ ਜਾਵੇਗਾ, ਡਰ ਜਾਵੇਗਾ। ਸਾਡਾ ਮਨ ਡਰ ਵੀ ਜਾਂਦਾ ਹੈ, ਇਸ ਕਰਕੇ ਮਨੁੱਖ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ। ਫਿਰ ਕਰੀਏ ਕਿ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇ। ਗੁਰੂ ਦੇ ਹਵਾਲੇ ਕਿਵੇਂ? ਵੀ ਅਸੀਂ ਅੰਮ੍ਰਿਤ ਵੇਲੇ ਉੱਠਣਾ ਸਾਨੂੰ ਗੁਰੂ ਨੇ ਆਖਿਆ, ਬਾਣੀ ਪੜ੍ਹਨੀ ਗੁਰੂ ਸਾਹਿਬਾਂ ਨੇ ਆਖਿਆ, ਚੰਗੇ ਕਰਮ ਕਰਨੇ ਗੁਰੂ ਸਾਹਿਬਾਂ ਨੇ ਆਖਿਆ, ਔਗਣਾਂ ਤੋਂ ਬਚਣਾ, ਨਾਮ ਦਾ ਅਭਿਆਸ ਕਰਨਾ, ਸੰਗਤ ਕਰਨੀ, ਸੇਵਾ ਕਰਨੀ, ਇਹ ਸਾਨੂੰ ਗੁਰੂ ਨੇ ਕਰਮ ਦੱਸਿਆ। ਅਤੇ ਅਸੀਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ ਨਾ। ਜਿਹੜਾ ਟਾਈਮ ਅਸੀਂ ਆਪਦੇ ਗੁਰੂ ਵਾਸਤੇ ਦਿੰਦੇ ਹਾਂ ਉਹ ਗੁਰੂ ਦੇ ਹਵਾਲੇ ਕਰ ਦਿੱਤਾ ਸੀ ਆਪਣੇ ਆਪ ਨੂੰ। ਅਤੇ ਫਿਰ ਗੁਰੂ ਹੀ ਸਾਡਾ ਸਭ ਕੁਝ ਹੋ ਗਿਆ। ਗੁਰੂ ਹੀ ਸਾਡਾ ਇੱਥੇ ਲੋਕ ਦਾ ਪਰਲੋਕ ਦਾ ਆਸਰਾ ਬਣ ਗਿਆ। ਗੁਰੂ ਹੀ ਸਾਨੂੰ ਅੱਗੇ ਜੋ ਕੁਝ ਹੈ ਸਾਨੂੰ ਦਿਖਾਵੇਗਾ। ਜਿਵੇਂ ਜਿਵੇਂ ਬੱਚਾ ਸਿਆਣਾ ਹੋ ਜਾਂਦਾ ਹੈ, ਮਾਤਾ ਪਿਤਾ ਉਸ ਨੂੰ ਘਰ ਦੇ ਜ਼ਿੰਮੇਵਾਰੀਆਂ ਸੌਂਪ ਦਿੰਦੇ ਨੇ। ਜਿਵੇਂ ਜਿਵੇਂ ਜੀਵ ਆਤਮਾ ਸੰਸਾਰ ਦੇ ਵਿੱਚ ਪ੍ਰਭੂ ਪ੍ਰੇਮ ਵਾਲੀ ਬਣ ਜਾਂਦੀ ਹੈ, ਪ੍ਰਭੂ ਦੇ ਭੈਅ ਚੱਲਣ ਵਾਲੀ ਬਣ ਜਾਂਦੀ ਹੈ, ਅਤੇ ਸਤਿਗੁਰੂ ਜੀ ਇਹਦੇ ਅੱਗੇ 9 ਨਿਧੀਆਂ ਅੰਮ੍ਰਿਤ ਸਾਰਾ ਕੁਝ ਰੱਖ ਦਿੰਦੇ ਨੇ। ਫਿਰ ਉਦੋਂ ਇਹ ਇਸ ਨਾਲ ਮੋਹ ਨਹੀਂ ਕਰਦਾ, ਕਿਉਂਕਿ ਸ਼ੁਰੂ ਹੀ ਇੱਥੋਂ ਹੁੰਦਾ ਹੈ ਗੁਰਮਤਿ ਦਾ ਪੈਂਡਾ। ਜਦੋਂ ਅਸੀਂ ਆਪਣੇ ਕਹਿ ਲਈਏ ਮੌਤ ਨੂੰ ਪਛਾਣਾਂਗੇ, ਮੌਤ ਨੂੰ ਸਵੀਕਾਰ ਕਰਾਂਗੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਭਾਈ ਤਿਲਕੂ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ, ਅਤੇ ਤੁਸੀਂ ਮਹਾਰਾਜ ਯੁੱਧ ਰਚ ਦਿੱਤੇ, ਅਤੇ ਕਹਿੰਦੇ ਆ ਵੀ ਸ਼ਾਸਤਰ ਲੈ ਕੇ ਆਓ। ਅਤੇ ਮਹਾਰਾਜ ਫਿਰ ਅਸੀਂ ਤਾਂ ਆਪਣੇ ਜਾਣ ਬੁੱਝ ਕੇ ਹੀ ਇਹ ਰਿਸਕ ਲੈਣਾ ਹੀ ਹੈ ਨਾ, ਵੀ ਇੱਕ ਪਾਸਿਓਂ ਖਬਰ ਆ ਕਿੱਥੋਂ ਤੀਰ ਆ ਜਾਣਾ, ਕਿੱਥੋਂ ਗੋਲੀ ਆ ਜਾਣੀ, ਕਿਸੇ ਨੇ ਪਿੱਛੋਂ ਆ ਕੇ ਕਿਰਪਾਨ ਮਾਰ ਦੇਣੀ, ਕੀ ਪਤਾ। ਸਤਿਗੁਰੂ ਕਹਿੰਦੇ ਭਾਈ ਠੀਕ ਹੈ, ਪਰ ਤੂੰ ਦੱਸ ਵੀ ਮੌਤ ਆਉਂਦੀ ਨਹੀਂ? ਕਹਿੰਦਾ ਮਹਾਰਾਜ ਆਉਂਦੀ ਹੈ। ਫਿਰ ਸਤਿਗੁਰੂ ਕਹਿੰਦੇ ਜਿਹੜੀ ਮੌਤ ਹੈ ਉਹ ਸਿੱਧੀ ਨਹੀਂ ਆਉਂਦੀ, ਇਹਦੇ 3 ਕਾਰਨ ਬਣਦੇ ਨੇ। ਇੱਕ ਥਾਂ, ਇੱਕ ਸਮਾਂ, ਅਤੇ ਇੱਕ ਜਿਸ ਚੀਜ਼ ਕਰਕੇ ਮੌਤ ਆਉਣੀ ਹੈ। ਭਾਵੇਂ ਕੋਈ ਬਿਮਾਰੀ ਹੈ, ਭਾਵੇਂ ਕੋਈ ਸ਼ਾਸਤਰ ਲੱਗਣਾ ਹੈ, ਜਿਵੇਂ ਮੌਤ ਆਉਣੀ ਹੈ। ਇਹ 3 ਚੀਜ਼ਾਂ ਜਿੰਨਾ ਸਮਾਂ ਇਕੱਠਾ ਨਹੀਂ ਹੁੰਦੀਆਂ ਮੌਤ ਆ ਨਹੀਂ ਸਕਦੀ। ਉਹਨਾਂ ਸਮਾਂ ਤੂੰ ਬੇਪਰਵਾਹ ਰਹਿ, ਕੋਈ ਤੈਨੂੰ ਮਾਰ ਨਹੀਂ ਸਕਦਾ। ਤਾਂ ਉਸ ਸਮੇਂ ਸਾਧ ਸੰਗਤ ਮਨ ਵਿੱਚੋਂ ਡਰ ਹੀ ਨਿਕਲ ਗਿਆ। ਗੁਰੂ ਪਾਤਸ਼ਾਹ ਕਹਿੰਦੇ ਸੂਰਮਾ ਤਾਂ ਉਹੀ ਹੁੰਦਾ ਨਾ ਜਿਹੜਾ ਯੁੱਧ ਦੇ ਮੈਦਾਨ ਵਿੱਚ ਜਾ ਕੇ ਲੜੂਗਾ, ਅਤੇ ਜਿਹੜਾ ਯੁੱਧ ਦੇ ਮੈਦਾਨ ਵਿੱਚ ਜਾਂਦਾ ਹੀ ਨਹੀਂ ਅਤੇ ਆਪਣੇ ਸਰੀਰ 'ਤੇ ਸ਼ਾਸਤਰ ਧਾਰਨ ਕਰਨ ਹੀ ਬੈਠੇ, ਵੀ ਮੈਂ ਕਿਰਪਾਨ ਵੀ ਪਾਈ ਹੈ, ਤੀਰ ਕਮਾਨ ਵੀ ਰੱਖਿਆ, ਨੇਜਾ ਵੀ ਕੋਲੇ ਰੱਖਿਆ, ਘੋੜਾ ਵੀ ਰੱਖਿਆ, ਅਤੇ ਮੈਂ ਸੂਰਮਾ, ਉਹ ਸੂਰਮਾ ਨਹੀਂ ਹੁੰਦਾ। ਸੂਰਮਾ ਉਦੋਂ ਹੀ ਹੈ ਜਦੋਂ ਕੋਈ ਯੁੱਧ ਦੇ ਮੈਦਾਨ ਵਿੱਚ ਜਾ ਕੇ ਸਾਹਮਣੇ ਲੜਦਾ ਹੈ ਵੈਰੀ ਦੇ ਨਾਲ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਸਾਧ ਸੰਗਤ ਤਿਆਰ ਹੁੰਦੇ, ਨਾਮ ਦਾ ਅਭਿਆਸ ਕਰਕੇ ਸ਼ਬਦ ਮਨ ਦੇ ਵਿੱਚ ਜਿਹੜਾ ਭੈ ਹੈ ਮੌਤ ਦਾ ਉਹਨੂੰ ਕੱਢ ਦਿੰਦੇ ਨੇ, ਨਾਮ ਨਾਲ ਜੁੜ ਕੇ ਉੱਚੇ ਹੋ ਜਾਂਦੇ ਨੇ। ਤਦੋਂ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਨੂੰ ਆਪਣੇ ਆਤਮਾ ਦੀ ਪਛਾਣ ਹੁੰਦੀ ਹੈ, ਵੀ ਮੈਂ ਸਰੀਰ ਨਹੀਂ, ਮੈਂ ਆਤਮਾ ਹਾਂ, ਆਤਮਾ ਸਦਾ ਰਹਿਣ ਵਾਲੀ ਹੈ। ਜੇ ਮੈਂ ਸੱਚ ਨੂੰ ਪਛਾਣਾਂਗਾ ਫੇਰ ਹੀ ਸੱਚ ਵਿੱਚ ਪਹੁੰਚਾਂਗਾ ਨਾ। ਪਹਿਲਾਂ ਅਸੀਂ ਸੱਚ ਨੂੰ ਪਛਾਣਨਾ ਹੈ, ਅਤੇ ਸੱਚ ਹੈ ਪਰਮਾਤਮਾ। ਉਸ ਪਰਮਾਤਮਾ ਸੱਚ ਵਿੱਚ ਪਹੁੰਚਣ ਵਾਸਤੇ ਸਾਨੂੰ ਇਸ ਜਿਹੜਾ ਅਨਾਤਮ ਝੂਠਾ ਇਹ ਸੰਸਾਰ ਇਹਨੂੰ ਤਿਆਗਣਾ ਪੈਣਾ, ਇਹਦਾ ਮੋਹ ਛੱਡਣਾ ਪੈਣਾ, ਇਹਦੇ ਵਿਕਾਰ ਛੱਡਣੇ ਪੈਣੇ ਨੇ। ਸੋ ਫਿਰ ਹੀ ਆਤਮਾ ਵਿੱਚ ਜਾ ਕੇ ਜੀਵ ਸਮਾਉਂਦਾ ਹੈ।
ਆਤਮ ਮਹਿ ਰਾਮ, ਰਾਮ ਮਹਿ ਆਤਮ। ਸਤਿਗੁਰੂ ਕਹਿੰਦੇ ਜਿਹੜੀ ਇਹ ਆਤਮਾ ਹੈ ਇਹਦੇ ਵਿੱਚ ਰਾਮ ਪਰਮਾਤਮਾ ਦਾ ਵਸ ਹੈ। ਜਦੋਂ ਕੋਈ ਆਪਣੇ ਅੰਦਰ ਅੰਤਰਮੁਖ ਬਿਰਤੀ ਕਰਦਾ ਉਹਨੂੰ ਅੰਦਰੋਂ ਆਨੰਦ ਵੀ ਮਿਲਦਾ, ਉਹਦਾ ਮਨ ਸੱਚ 'ਤੇ ਟਿਕਣ ਲੱਗ ਜਾਂਦਾ ਅਤੇ ਉਹਨੂੰ ਸਾਧ ਸੰਗਤ ਚੇਤਨਤਾ ਵੀ ਮਿਲਦੀ ਹੈ ਕਿ ਇੱਕ ਅੰਦਰੋਂ ਹੀ ਉਹਨੂੰ ਸੁੱਖ ਮਿਲੀ ਜਾਂਦਾ, ਇੱਕ ਅੰਦਰੋਂ ਹੀ ਉਹਨੂੰ ਆਸਰਾ ਮਿਲੀ ਜਾਂਦਾ, ਇੱਕ ਅੰਦਰੋਂ ਹੀ ਉਹਨੂੰ ਗਿਆਨ ਮਿਲੀ ਜਾਂਦਾ ਹੈ ਤਾਂ ਅੰਦਰ ਹੀ ਸਭ ਕੁਛ। ਜੋ ਬ੍ਰਹਮਿੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ। ਭਗਤ ਪੀਪਾ ਜੀ ਕਹਿੰਦੇ ਤੂੰ ਬਾਹਰ ਤੁਰਿਆ ਫਿਰਦਾ ਹੈ ਤਾਂ ਸਭ ਕੁਝ ਤੇਰੇ ਅੰਦਰ ਹੀ, ਅਤੇ ਅੰਦਰ ਹੀ ਹੁੰਦਾ। ਜਿੰਨਾ ਸਮਾਂ ਅਸੀਂ ਆਪਣੇ ਅੰਦਰੋਂ ਨਹੀਂ ਦੇਖਾਂਗੇ ਉਹਨਾਂ ਸਮਾਂ ਬਾਹਰੋਂ ਨਹੀਂ ਦੇਖ ਸਕਦੇ। ਜੇ ਸਾਡੇ ਅੰਦਰ ਕੁਝ ਹੈ ਤਾਂ ਅਸੀਂ ਬਾਹਰੋਂ ਵੀ ਦੇਖਦੇ। ਹੁਣ ਇਹ ਗੱਲ ਪਹਿਲਾਂ ਵੀ ਕੀਤੀ ਹੈ ਵੀ ਅਸੀਂ ਕਿਤੇ ਦੂਰ ਅਣਜਾਣ ਥਾਂ 'ਤੇ ਚਲੇ ਜਾਈਏ ਜਿੱਥੇ ਸਾਨੂੰ ਕੋਈ ਜਾਣਦਾ ਹੀ ਨਾ ਹੋਵੇ, ਉੱਥੇ ਨਾ ਹੀ ਸਾਡਾ ਕੋਈ ਵੈਰੀ ਹੋਵੇਗਾ ਅਤੇ ਨਾ ਹੀ ਸਾਡਾ ਕੋਈ ਮਿੱਤਰ ਹੋਵੇਗਾ। ਅਸੀਂ ਆਪਣੇ ਪਿੰਡ ਵਿੱਚ ਆਪਣੇ ਉਮਰ ਦੇ ਕਿੰਨੇ ਸਾਲ ਕੱਟੇ ਨੇ ਔਰ ਇੰਨੀ ਉਮਰ ਦੇ ਸਾਲਾਂ ਦੇ ਵਿੱਚ ਸਾਡੇ ਕਈ ਵੈਰੀ ਵੀ ਬਣ ਗਏ ਅਤੇ ਕਈ ਸਾਡੇ ਮਿੱਤਰ ਵੀ ਬਣ ਗਏ, ਕਿਉਂਕਿ ਉਹਨਾਂ ਦਾ ਪ੍ਰੇਮ ਪਿਆਰ ਸਾਡੇ ਅੰਦਰ ਬਣਿਆ ਪਿਆ, ਉਹਨਾਂ ਦੀ ਦੁਸ਼ਮਣੀ ਸਾਡੇ ਅੰਦਰ ਬਣੀ ਪਈ ਹੈ। ਅੰਦਰ ਹੀ ਬੰਦਾ ਵਿਚਾਰਾਂ ਨੂੰ ਰੱਖਦਾ ਹੈ, ਉਹ ਅੰਦਰਲੇ ਵਿਚਾਰ ਹੀ ਬਾਹਰੋਂ ਪਛਾਣ ਕਰਾਉਂਦੇ ਨੇ ਵੀ ਸਾਹਮਣੇ ਕੌਣ ਆ ਰਿਹਾ, ਤੇਰਾ ਮਿੱਤਰ ਹੈ ਕਿ ਵੈਰੀ ਹੈ, ਕੋਈ ਰਿਸ਼ਤੇਦਾਰ ਆ, ਕੋਈ ਪ੍ਰੇਮੀ ਹੈ, ਕੋਈ ਮਿਲਾਪੀ ਹੈ। ਉਹ ਅੰਦਰਲੇ ਵਿਚਾਰ ਹੀ ਸੰਕੇਤ ਕਰਦੇ ਨੇ ਵੀ ਬਾਹਰੋਂ ਕੌਣ ਆ ਰਿਹਾ ਹੈ, ਪਰ ਇਹ ਗਤੀ ਬਹੁਤ ਤੇਜ਼ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਆਪਣੇ ਅੰਦਰੋਂ ਪਰਮਾਤਮਾ ਨੂੰ ਪਛਾਣ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਲੈ, ਆਪਣੇ ਮਨ ਨੂੰ ਘੜੀ ਚੱਲ, ਆਪਣੇ ਮਨ ਦੇ ਅੰਦਰ ਝੂਠੇ ਵਿਚਾਰ ਲਾਹ ਦੇ ਪਾਸੇ ਕਰ ਦੇ, ਸ਼ਬਦ ਦਾ ਅਭਿਆਸ ਕਰੀ ਚੱਲ। ਸ਼ਬਦ ਨੇ ਤੈਨੂੰ ਚਲਕਾ ਦੇਣਾ, ਸ਼ਬਦ ਨੇ ਤੇਰਾ ਸਰੂਪ ਪ੍ਰਗਟ ਕਰ ਦੇਣਾ ਹੈ ਤਾਂ ਅੰਦਰ ਹੀ। ਕਾਹੇ ਰੇ ਬਨ ਖੋਜਨ ਜਾਹੀ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ। ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜ ਹੋ ਪਾਈ। ਗੁਰੂ ਪਾਤਸ਼ਾਹ ਕਹਿੰਦੇ ਤੇਰੇ ਹਿਰਦੇ 'ਚ ਹੀ ਹੈ ਸੁਗੰਧੀ, ਜਿਹੜੀ ਹੈ ਉਹ ਫੁੱਲ 'ਚ ਹੁੰਦੀ ਹੈ, ਤਦੋਂ ਹੀ ਅਸੀਂ ਉਹਨੂੰ ਬਾਹਰੋਂ ਲੈ ਸਕਦੇ ਹਾਂ। ਨਹੀਂ ਤਾਂ ਬਨਾਵਟੀ ਫੁੱਲ ਕਿੰਨੇ ਚੱਲੇ ਨੇ, ਕਿੱਥੇ ਉਹਨਾਂ ਦੇ ਵਿੱਚ ਸੁਗੰਧੀ ਹੈ ਹੀ ਨਹੀਂ। ਬੰਦੇ ਦੇ ਅੰਦਰ ਪਰਮਾਤਮਾ ਹੈ, ਅੰਦਰ ਹੀ ਆਨੰਦ ਹੈ, ਅੰਦਰ ਹੀ ਸੱਚ ਹੈ, ਇਹਨੂੰ ਬਾਹਰੋਂ ਵੀ ਤਦੋਂ ਹੀ ਮਿਲਦਾ ਹੈ। ਸੋ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਭਾਈ, ਚੀਨਸ ਗੁਰ ਵਿਚਾਰਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ, ਸੰਸਾਰ ਨੂੰ ਤੋਲ ਕੇ ਦੇਖਿਆ ਹੈ, ਉਹਨਾਂ ਨੇ ਇਹ ਵਿਚਾਰ ਕੀਤੀ ਹੈ ਕਿ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਹੈ ਅਤੇ ਸਾਰੇ ਜੀਵ ਹੀ ਉਸ ਪਰਮਾਤਮਾ ਵਿੱਚ ਰਹਿਣ ਵਾਲੇ ਹਨ। ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਦੁਖ ਕਾਟੈ ਹਉ ਮਾਰਾ। ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਇਹ ਗੁਰੂ ਸਾਹਿਬਾਂ ਦੇ ਸ਼ਬਦ ਨਾਲ ਮਿਲ ਕੇ ਪਛਾਣਨਾ ਕੀਤੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਦੋਂ ਕੋਈ ਅੰਮ੍ਰਿਤ ਬਾਣੀ ਨੂੰ ਸੁਣਦਾ ਹੈ, ਅੰਮ੍ਰਿਤ ਬਾਣੀ ਨੂੰ ਪੜ੍ਹਦਾ ਹੈ, ਤਾਂ ਉਹਨੂੰ ਸੱਚ ਨਜ਼ਰ ਆਉਂਦਾ ਹੈ। ਭਾਵੇਂ ਥੋੜ੍ਹੇ ਸਮੇਂ ਵਾਸਤੇ ਅੱਖਾਂ ਦੇ ਸਾਹਮਣੇ ਸੱਚ ਆ ਜਾਂਦਾ ਹੈ। ਗੁਰਬਾਣੀ ਸਾਨੂੰ, ਗੁਰਬਾਣੀ ਦੀ ਤਸੀਰ, ਗੁਰਬਾਣੀ ਦਾ ਰਸ ਸਾਨੂੰ ਦੁਨੀਆ ਨਾਲੋਂ ਤੋੜਦਾ ਹੈ, ਦੁਨੀਆ ਵਿੱਚ ਰੱਖਦਾ ਵੀ ਹੈ, ਪਰ ਸਚਿਆਰਾ ਬਣਾ ਕਰਕੇ। ਜੇ ਅਸੀਂ ਗੁਰਬਾਣੀ ਵਾਲਾ ਜੀਵਨ ਬਤੀਤ ਕਰਾਂਗੇ, ਸਚਿਆਰੇ ਬਣਾਂਗੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਹੁਕਮ ਵਿੱਚ ਤੋਰੇਗੀ ਬਾਣੀ। ਜਦੋਂ ਬਾਣੀ ਸਾਡੇ ਸਿਰ 'ਤੇ ਕੁੰਡਾ ਵਜਾਵੇਗੀ ਤਾਂ ਫਿਰ ਸਾਧ ਸੰਗਤ ਸ਼ਬਦ ਦੀ ਪਛਾਣ ਹੁੰਦੀ ਹੈ। ਸ਼ਬਦ ਦਾ ਨਾਮ ਹੈ ਬ੍ਰਹਮ ਦਾ, ਬ੍ਰਹਮ ਦੀ ਪਛਾਣ ਹੁੰਦੀ ਹੈ। ਕਿਉਂਕਿ ਜਿੰਨਾ ਸਮਾਂ ਅਸੀਂ ਦੁਨੀਆ ਵਿੱਚ ਆਪਣੀ ਹਉਮੈ ਵਾਲੀ ਬਿਰਤੀ ਰੱਖਾਂਗੇ, ਸਾਨੂੰ ਇਹ ਦੁਨੀਆ ਆਪਣੇ ਵੱਲ ਖਿੱਚੇਗੀ। ਜਿਵੇਂ ਚੁੰਬਕ ਹੁੰਦਾ ਹੈ ਨਾ, ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਇਸ ਤਰ੍ਹਾਂ ਇਹ ਦੁਨੀਆ ਵੀ ਆਪਣੇ ਵੱਲ ਖਿੱਚਦੀ ਹੈ। ਪਰ ਜਦੋਂ ਸ਼ਬਦ ਨਾਲ ਜੁੜ ਕੇ ਬ੍ਰਹਮ ਦੀ ਪਛਾਣ ਕੀਤੀ, ਫਿਰ ਸੁਤੇ ਹੀ ਇਹ ਦੁਨੀਆ ਦਾ ਤਿਆਗ ਹੋ ਜਾਂਦਾ ਹੈ।
ਜਿਹੜੇ ਮਹਾਂਪੁਰਖ ਨੇ, ਜਿਵੇਂ ਸੂਰਜ ਦੇ ਚੜ੍ਹਨ ਨਾਲ ਕਿੰਨੇ ਦੀਵੇ ਭਾਵੇਂ ਬਲੀ ਜਾਂਦੇ ਹੋਣ, ਸਾਹਮਣੇ ਲਾਈਟਾਂ ਜਗੀ ਜਾਂਦੀਆਂ ਹੋਣ, ਪਰ ਉਹ ਸੂਰਜ ਦਾ ਜਿਹੜਾ ਚਾਨਣ ਹੈ ਮਹਾਨ ਹੈ, ਉਹਦੇ ਅੱਗੇ ਸਾਰੇ ਫਿੱਕੇ ਪੈ ਜਾਂਦੇ। ਜਦੋਂ ਪਰਮਾਤਮਾ ਨੂੰ ਪਛਾਣ ਲਿਆ, ਪਰਮਾਤਮਾ ਨੂੰ ਅੰਦਰੋਂ ਜਾਣ ਲਿਆ, ਤੇ ਮਹਾਰਾਜ ਕਹਿੰਦੇ ਦੁਨੀਆ ਦੇ ਸਾਰੇ ਰਸ ਫਿੱਕੇ ਪੈ ਜਾਂਦੇ ਨੇ। ਸਾਰੇ ਇਹ ਰਸ ਵੀ ਤੇ ਸੁੱਖ ਵੀ ਛੋਟੇ ਹੋ ਜਾਂਦੇ ਨੇ। ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਗੁਰਮੁਖਾਂ ਨੇ ਅੰਮ੍ਰਿਤ ਬਾਣੀ ਨੂੰ ਸ਼ਬਦ ਨਾਲ ਮਿਲ ਕੇ ਪਛਾਣਨਾ ਕੀਤਾ ਹੈ। ਸ਼ਬਦ ਬ੍ਰਹਮ ਨਾਲ ਮਿਲ ਕੇ ਦੁੱਖ ਕਾਟੈ ਹਉ ਮਾਰਾ। ਫਿਰ ਉਹਨਾਂ ਦੇ ਅੰਦਰੋਂ ਵਾਹਿਗੁਰੂ ਪਰਮਾਤਮਾ ਦੁੱਖ ਕੱਟ ਦਿੰਦਾ ਹੈ ਤੇ ਹਉਮੈ ਨੂੰ ਮਾਰ ਦਿੰਦਾ ਹੈ। ਜਿਨ੍ਹਾਂ ਨੇ ਅੰਦਰੋਂ ਆਪਣੇ ਹਉਮੈ ਨੂੰ ਮਾਰਨਾ ਕੀਤਾ ਸਾਧ ਸੰਗਤ, ਉਹਨਾਂ ਨੇ ਸਤਿਗੁਰੂ ਕਹਿੰਦੇ ਆਪਣੇ ਜਨਮ ਮਰਨ ਦੇ ਸਾਰੇ ਹੀ ਦੁੱਖ ਕੱਟ ਲੈਣਾ ਕੀਤੇ। ਪਹਿਲਾਂ ਆਪਣੀ ਨਿਗਾਹ ਸ਼ਬਦ 'ਤੇ ਰੱਖਣੀ ਹੈ। ਹੁਣ ਦੇਖੋ, ਅਸੀਂ ਪਦਾਰਥ 'ਤੇ ਨਿਗਾਹ ਰੱਖਾਂਗੇ ਤੇ ਬਾਣੀ ਪੜ੍ਹਾਂਗੇ ਤੇ ਸਾਨੂੰ ਬਾਣੀ ਨੇ ਓਨਾ ਕੁ ਫਲ ਦੇਣਾ। ਮੈਂ ਕਹਾਂ ਵੀ ਮੈਨੂੰ ਸੋਹਣਾ ਘਰ ਮਿਲ ਜੇ, ਮੈਨੂੰ ਚੰਗੀ ਜਾਇਦਾਦ ਮਿਲ ਜੇ, ਮੈਨੂੰ ਮੇਰੇ ਘਰ 'ਚ ਆਹ ਸੁੱਖ ਮਿਲ ਜੇ, ਨਿਸ਼ਾਨਾ ਬਣਾ ਲਿਆ ਨਾ, ਤੇ ਮੈਂ ਬਾਣੀ ਪੜ੍ਹਨ ਲੱਗ ਜਾ, ਗੁਰੂ ਦੀ ਸੇਵਾ ਕਰਨ ਲੱਗ ਜਾ, ਤੇ ਮੈਨੂੰ ਓਨੇ ਕੀ ਸੁੱਖ ਮਿਲਣਗੇ ਜਿੰਨਾ ਕੁ ਮੈਂ ਗਾਹਕ ਬਣਾਂਗਾ। ਗੁਰੂ ਪਾਤਸ਼ਾਹ ਕਹਿੰਦੇ ਤੂੰ ਆਪਣੀ ਨਿਗਾਹ ਹੀ ਬ੍ਰਹਮ 'ਤੇ ਰੱਖ, ਸ਼ਬਦ 'ਤੇ ਰੱਖ। ਸ਼ਬਦ ਨੂੰ ਪਛਾਣਨਾ ਹੈ, ਬ੍ਰਹਮ ਨੂੰ ਪਛਾਣਨਾ ਹੈ, ਜਿਸ ਨੇ ਸੰਸਾਰ ਬਣਾਇਆ, ਬਲਿਹਾਰੀ ਕੁਦਰਤ ਵਸਿਆ, ਜੋ ਇਸ ਸੰਸਾਰ ਵਿੱਚ ਕੁਦਰਤ ਵਿੱਚ ਵਸਿਆ, ਮੈਂ ਉਸ ਨੂੰ ਦੇਖਣਾ। ਤੇ ਫਿਰ ਬਾਣੀ ਪੜ੍ਹ, ਫਿਰ ਤੈਨੂੰ ਪਛਾਣ ਹੋਵੇਗੀ ਉਸ ਦੀ। ਜਦੋਂ ਤੂੰ ਉਸ ਦਾ ਗਾਹਕ ਬਣ ਗਿਆ ਨਾ, ਫਿਰ ਤੈਨੂੰ ਉਸ ਦੀ ਪਛਾਣ ਹੋਵੇਗੀ ਜੋ ਸਾਰੇ ਸੰਸਾਰ ਦਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ। ਫਿਰ ਤੇਰੇ ਅੰਦਰੋਂ ਸਹਿਜੇ ਹੀ ਹਉਮੈ ਕੱਟੀ ਜਾਣੀ ਹੈ, ਕਿਉਂਕਿ ਸਭ ਕੁਝ ਉਸ ਦਾ ਹੀ ਹੈ, ਸਾਡਾ ਆਪਣਾ ਕੁਝ ਵੀ ਨਹੀਂ। ਅਸੀਂ ਹੱਕ ਜ਼ਰੂਰ ਜਨਾਉਂਦੇ ਹਾਂ, ਆਪਦਾ ਹੱਕ ਜਮਾ ਲੈਂਦੇ ਹਾਂ ਵੀ ਆਹ ਚੀਜ਼ ਮੇਰੀ ਹੈ, ਪਰ ਹੈ ਸਭ ਕੁਝ ਉਸ ਦਾ ਹੀ। ਹਾਂ, ਉਹ ਪਰਮਾਤਮਾ ਸਾਡਾ ਆਪਣਾ ਹੈ, ਜਿਹੜਾ ਇੱਥੇ ਸੰਸਾਰ ਅੰਦਰ ਤੇ ਪਰਲੋਕ ਵਿੱਚ ਸਾਡੀ ਰੱਖਿਆ ਕਰਨ ਵਾਲਾ ਹੈ, ਉਹ ਸਾਡਾ ਆਪਣਾ ਹੈ। ਇਸ ਤਰ੍ਹਾਂ ਗੁਰਮੁਖਾਂ ਨੇ ਆਪਣੇ ਅੰਦਰੋਂ ਹਉਮੈ ਮਾਰੀ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੈ ਆਏ। ਤਦੋਂ ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਅੰਦਰੋਂ ਜਿਹੜੇ ਦੁੱਖ ਨੇ ਨਾ, ਨਿੱਕੇ ਨਿੱਕੇ ਦੁੱਖ ਤਾਂ ਕੀ, ਸਰੀਰਕ ਦੁੱਖ ਤਾਂ ਕੀ, ਜੰਮਣ ਮਰਨ ਦਾ ਦੁੱਖ ਮਿਟ ਜਾਂਦਾ ਹੈ। ਜੰਮਣ ਮਰਨ ਦਾ ਭਾਵ ਕਿ ਜੀਵ ਜਿਹੜਾ ਭਟਕਦਾ ਰਹਿੰਦਾ ਹੈ ਨਾ, ਵਾਰ-ਵਾਰ ਜੰਮਦਾ ਮਰਦਾ, ਜੰਮਦਾ ਮਰਦਾ, ਇਹ ਜਿਹੜਾ ਚੱਕਰ ਹੈ ਇਹ ਸਾਰਾ ਹੀ ਕੱਟਿਆ ਜਾਂਦਾ ਹੈ। ਨਾਨਕ ਹਉਮੈ ਰੋਗ ਬੁਰੇ। ਸਤਿਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਭਾਈ ਸਿੱਖੋ, ਜਿਹੜਾ ਹਉਮੈ ਦਾ ਰੋਗ ਹੈ ਬੜਾ ਬੁਰਾ ਹੈ। ਹਉਮੈ ਰੋਗ ਕਰਕੇ ਦੇਖੋ ਕੈਰੋਂ ਵਰਗੇ, ਦੁਰਯੋਧਨ ਵਰਗੇ, ਉਹ ਕਿੰਨਾ ਸਾਧ ਸੰਗਤ ਖਪੇ, ਜਿੱਥੇ ਮਹਾਰਾਜ ਕਹਿੰਦੇ ਦੁਰਬਾਸਾ ਸਿਓ ਕਰਦਠ ਗੌਰੀ, ਜਾਦਵ ਇਹ ਫਲ ਪਾਈ। ਜਾਦਵਾਂ ਦੀ ਕੌਲੀ ਨਾਸ ਹੋ ਗਈ, ਉਹਨਾਂ ਨੇ ਵੀ ਹੰਕਾਰ ਕੀਤਾ, ਕੈਰਵਾਂ ਨੇ ਹੰਕਾਰ ਕੀਤਾ ਸੀ। ਜੋ ਵੀ ਹੰਕਾਰੀ ਹੈ ਉਹ ਦੁਖੀ ਹੁੰਦਾ ਹੈ। ਵਲੀ ਕੰਧਾਰੀ ਨੇ ਹੰਕਾਰ ਕੀਤਾ, ਪੱਥਰ ਰੇੜਿਆ ਸਤਿਗੁਰਾਂ ਵੱਲ, ਪਰ ਗੁਰੂ ਪਾਤਸ਼ਾਹ ਦੇ ਚਰਨ ਹੀ ਆ ਕੇ ਟਿਕ ਪਿਆ। ਜਿਹੜਾ ਹਉਮੈ ਦਾ ਰੋਗ ਹੈ ਨਾ, ਸਾਰਿਆਂ ਵਾਸਤੇ ਬੁਰਾ ਹੈ। ਹਉਮੈ ਕਰਕੇ ਮਹਾਰਾਜ ਕਹਿੰਦੇ ਸਾਰੇ ਜੀਵ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਸਾਰਾ ਕੁਝ ਹੀ ਹਉ ਵਿੱਚ ਕਰੀ ਜਾਂਦੇ। ਜਿੰਨਾ ਸਮਾਂ ਹਉ ਹੈ ਅੰਦਰੋਂ, ਹਉਮੈ ਅੰਦਰੋਂ ਪ੍ਰਗਟ ਹੁੰਦੀ ਹੈ, ਉਹਨਾਂ ਸਮਾਂ ਜੀਵ ਭਟਕਦਾ ਹੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਰੋਗ ਹੈ ਬੜਾ ਹੀ ਬੁਰਾ ਹੈ। ਜਹ ਦੇਖਾਂ ਤਹ ਏਕਾ ਵੇਦਨ, ਆਪੇ ਬਖਸ਼ੈ ਸਭ ਤੁਰੇ। ਸਤਿਗੁਰੂ ਕਹਿੰਦੇ ਜਿੱਥੇ ਅਸੀਂ ਦੇਖਦੇ ਹਾਂ ਨਿਗਾਹ ਮਾਰ ਕੇ, ਉੱਥੇ ਇੱਕ ਹਉਮੈ ਦੀ ਪੀੜਾ ਹੀ ਆਉਂਦੀ ਹੈ ਜੀਵਾਂ ਨੂੰ। ਹਰ ਜੀਵ ਹਉਮੈ ਦੀ ਪੀੜ ਵਿੱਚ ਦੁਖੀ ਨੇ ਅੰਦਰੋਂ। ਅਸੀਂ ਕਹਿੰਦੇ ਹਾਂ ਮੇਰਾ ਆਹ ਕੁਝ ਹੋ ਗਿਆ। ਹੁਣ ਦੇਖੋ, ਜਿੰਨੀ ਕੁ ਸਾਡੀ ਮੇਰ ਹੈ, ਜਿੰਨੀ ਕੁ ਸਾਡੀ ਮਮਤਾ ਹੈ ਸੰਸਾਰ ਵਿੱਚ, ਉਹ ਸਾਨੂੰ ਦੁੱਖ ਹੀ ਦਿੰਦੀ ਹੈ ਜਾਂ ਕਦੇ ਸੁੱਖ ਦੇਵੇਗੀ।
ਹੁਣ ਦੁੱਖ ਸੁੱਖ ਤਾਂ ਦੁਨੀਆ ਸਾਰੀ 'ਚ ਹੀ ਹੋਈ ਜਾਂਦੇ ਨੇ, ਕਿੱਥੇ ਤੱਕ ਨਹੀਂ ਦੁੱਖ। ਕਿੰਨੇ ਬੱਚੇ ਜਨਮ ਲੈਂਦੇ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਉਹ ਖੁਸ਼ੀਆਂ ਸਾਡੇ ਤੱਕ ਨਹੀਂ ਪਹੁੰਚਦੀਆਂ ਕਿਉਂਕਿ ਉੱਥੇ ਸਾਡੀ ਮਿਹਰ ਨਹੀਂ। ਕਿੰਨੇ ਜੀਵ ਸੰਸਾਰ ਤੋਂ ਜਾਈ ਜਾਂਦੇ ਨੇ, ਰੋਜ਼ਾਨਾ ਹੀ ਅਖਬਾਰਾਂ 'ਚ ਵੇਖੋ ਕਿੰਨਾ ਕੁਝ ਹੋਈ ਜਾਂਦਾ ਹੈ, ਲੁੱਟੇ ਮਾਰੇ ਜਾਂਦੇ ਨੇ, ਉਹਨਾਂ ਦਾ ਦੁੱਖ ਸਾਡੇ ਤੱਕ ਪਹੁੰਚਦਾ ਹੀ ਨਹੀਂ ਕਿਉਂਕਿ ਉੱਥੇ ਸਾਡੀ ਮਿਹਰ ਨਹੀਂ। ਜਿੱਥੇ ਸਾਡੀ ਹਉਮੈ ਹੁੰਦੀ ਹੈ, ਮਿਹਰ ਹੁੰਦੀ ਹੈ, ਉੱਥੇ ਜਿਹੜੇ ਦੁੱਖ ਸੁੱਖ ਵਾਪਰਦੇ ਨੇ ਉਹ ਸਾਡੇ 'ਤੇ ਅਸਰ ਪਾਉਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਹਉਮੈ ਕਰਕੇ ਸਾਰੇ ਜੀਵ ਹੀ ਦੁਖੀ ਨੇ, ਆਪੇ ਬਖਸ਼ੈ ਸ਼ਬਦ ਧੁਰੇ। ਜਿਨ੍ਹਾਂ ਨੂੰ ਧੁਰੋਂ ਪਰਮਾਤਮਾ ਵਾਹਿਗੁਰੂ ਆਪਣੇ ਸ਼ਬਦ ਨਾਲ ਮੇਲ ਕੇ ਬਖਸ਼ ਲੈਂਦਾ ਹੈ, ਉਹ ਪਰਮਾਤਮਾ ਨੇ ਆਪ ਹੀ ਬਖਸ਼ੇ ਨੇ। ਜਿਨ੍ਹਾਂ ਦੇ ਧੁਰੋਂ ਹੀ ਕਿਰਪਾ ਹੋ ਗਈ ਨਾ, ਦਰਗਾਹੋਂ ਹੀ, ਧੁਰੋਂ ਕਹਿ ਲਈਏ ਸਾਡੇ ਅੰਦਰੋਂ ਹੀ ਕਿਰਪਾ ਕਰਤੀ ਵਾਹਿਗੁਰੂ ਨੇ, ਸਾਡਾ ਅੰਦਰ ਜੁੜ ਗਿਆ, ਉਹ ਬਖਸ਼ੇ ਜਾਂਦੇ ਨੇ। ਇਹ ਸਾਸਨ ਅਸ਼ਟਪਦੀ ਵਿੱਚ ਰਹਾਓ, ਇੱਥੇ ਵਿਸ਼ਰਾਮ ਅੱਗੇ ਆ ਜਾਂਦਾ ਹੈ। ਇਹ ਇੱਕ ਪਦੇ ਦੀ ਵਿਚਾਰ ਹੋਈ ਹੈ, 8 ਪਦੇ ਹਨ ਇਸ ਸ਼ਬਦ ਦੇ। ਇਸ ਸ਼ਬਦ ਵਿੱਚ ਸਤਿਗੁਰਾਂ ਨੇ ਰੋਗ ਦੀ ਗੱਲ ਹੀ ਕਰਨੀ ਵੀ ਸਾਰੇ ਰੋਗੀ ਨੇ। ਜਿੱਥੇ ਸਤਿਗੁਰੂ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਤਿਗੁਰੂ ਜੀ ਰੋਗ ਤੋਂ ਰਹਿਤ ਨੇ, ਔਰ ਜਿਹੜੇ ਸਤਿਗੁਰਾਂ ਦੇ ਸ਼ਰਨ 'ਚ ਆ ਜਾਂਦੇ ਨੇ, ਗੁਰੂ ਵਾਲੇ ਬਣ ਜਾਂਦੇ ਨੇ, ਗੁਰਮਤਿ ਧਾਰਨ ਕਰਦੇ ਨੇ, ਉਹ ਵੀ ਭਾਈ ਅਰੋਗੀ ਹੋ ਜਾਂਦੇ ਨੇ। ਗੁਰੂ ਸਾਹਿਬ ਉਹਨਾਂ ਦੇ ਰੋਗ ਕੱਟ ਦਿੰਦੇ ਨੇ। ਜਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਗੁਰ ਬਚਨੇ ਜਿਨ੍ਹਾਂ ਮੇਰਾ ਜਪਿਆ ਹਰ ਹਰ, ਤਿਨ ਕੈ ਹਉਮੈ ਰੋਗ ਗਏ। ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਨਾਲ ਮਿਲ ਕੇ ਨਾਮ ਨੂੰ ਜਪਿਆ, ਉੱਥੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਦੇ ਕਿਆ ਲਾਗੈ ਮੇਰਾ। ਸੋ ਇਹ ਸਾਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ੇ। ਇੱਥੇ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਨਾਨਕ ਹਉਮੈ ਰੋਗ ਬਰੇ, ਜਹ ਦੇਖਾ ਤਹ ਏਕੋ ਬੇਦਨ, ਆਪੇ ਬਖਸ਼ੈ ਸ਼ਬਦ ਧੁਰੇ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ। ਸਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ ਅੰਗੀਕਾਰ।